चर्चा सत श्री अकाल जी। प्रोग्राम चर्चा ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ, ਇਹ ਦੋ ਫਰੰਟ ਤੇ ਲੜਾਈ ਲੜੀ ਜਾ ਰਹੀ ਹੈ। ਮੋਦੀ ਸਰਕਾਰ ਨਾਲ ਤੇ ਉੱਥੇ ਐਲਜੀ ਨਾਲ ਤੇ ਇੱਥੇ ਗਵਰਨਰ ਸਾਹਿਬ ਨਾਲ। ਦੋਨਾਂ ਦਾ ਟਕਰਾਓ ਜਿਹੜਾ ਹੈ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ, ਜਿਵੇਂ ਪਹਿਲਾਂ ਦਿੱਲੀ 'ਚ ਦੇਖਣ ਨੂੰ ਮਿਲ ਰਿਹਾ ਸੀ। ਹੁਣ ਤੁਸੀਂ ਸੁਰਖੀਆਂ ਦੇਖੀਆਂ ਹੋਣੀਆਂ ਅੱਜ ਦੇ ਅਖਬਾਰਾਂ ਦੀਆਂ। ਮੈਨੂੰ ਮੁੱਖ ਮੰਤਰੀ ਕੋਲੋਂ ਜਾਣਕਾਰੀ ਮੰਗਣ ਦਾ ਪੂਰਾ ਅਧਿਕਾਰ, ਗਵਰਨਰ ਸਾਹਿਬ। ਦੂਜੇ ਪਾਸੇ ਰਾਜਪਾਲ ਨੇ ਸੰਵਿਧਾਨਿਕ ਰਵਾਇਤਾਂ ਨੂੰ ਤੋੜਿਆ, ਮੁੱਖ ਮੰਤਰੀ ਮਾਨ ਸਾਹਿਬ। ਇਹ ਜਿਹੜੀਆਂ ਸੁਰਖੀਆਂ ਅਲੱਗ-ਅਲੱਗ ਥੋੜੇ ਬਹੁਤੇ ਫਰਕ ਨਾਲ ਸਾਨੂੰ ਮੀਡੀਆ 'ਚ ਮਿਲ ਰਹੀਆਂ ਨੇ। ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਸੰਵਿਧਾਨਕ ਜਿਹੜਾ ਮਸਲਾ ਹੈ ਉਹ ਦੋਨੇ ਆਪਣੇ ਆਪਣੇ ਪੱਧਰ ਤੇ ਤਰਕ ਦੇ ਰਹੇ ਨੇ ਕਿ ਦੂਜੇ ਨੇ ਤੋੜਿਆ ਸੰਵਿਧਾਨ। ਰਾਜਪਾਲ ਸਾਹਿਬ ਤਾਂ ਇਹ ਕਹਿ ਰਹੇ ਨੇ, ਪ੍ਰੋਹਿਤ ਸਾਹਿਬ, ਕਿ ਇਹਨਾਂ ਨੂੰ ਮੈਂ 10 ਚਿੱਠੀਆਂ ਲਿਖੀਆਂ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਕਿ ਸੁਪਰੀਮ ਕੋਰਟ ਨੇ ਇਹ ਦੱਸਿਆ ਸੀ ਕਿ ਕਾਨੂੰਨ ਜਾਂ ਸੰਵਿਧਾਨ ਇਹ ਕਹਿੰਦਾ ਕਿ ਤੁਹਾਨੂੰ ਜੋ ਜਾਣਕਾਰੀ ਗਵਰਨਰ ਮੰਗਦਾ ਉਹ ਦੇਣੀ ਪੈਣੀ ਹੈ, ਦੇਣੀ ਬਣਦੀ। ਹਾਲੇ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ। ਇਹ ਕਹਿ ਰਹੇ ਨੇ ਜਿਹੜੇ ਗਵਰਨਰ ਸਾਹਿਬ, ਇਸ ਨੂੰ ਉਹ ਸੰਵਿਧਾਨ ਦੀ ਤੋਹੀਨ ਮੰਨਦੇ ਨੇ ਤੇ ਕਹਿ ਰਹੇ ਨੇ ਕਿ ਮੈਂ ਪੂਰਾ ਰਿਕਾਰਡ ਰੱਖ ਲਿਆ ਤੇ ਫਿਰ ਮੈਂ ਰਾਸ਼ਟਰਪਤੀ ਕੋ ਤੇ ਸੁਪਰੀਮ ਕੋਰਟ ਨੂੰ ਵੀ ਦੱਸੂਗਾ ਸਮਾਂ ਆਉਣ ਤੇ। ਮਤਲਬ ਕਿ ਇੱਕ ਜਿਹੜਾ ਹੈ ਚੱਕਰ ਵਿਊ ਜ਼ਰੂਰ ਰਚਦੇ ਨਜ਼ਰ ਆਉਂਦੇ ਨੇ ਕਿ ਜੇ ਇੰਨੀਆਂ ਜਿਹੜਾ ਰਿਕਾਰਡ ਰੱਖਿਆ ਜਾਂਦਾ ਹੈ ਤੇ ਫਿਰ ਜਦੋਂ ਰਾਸ਼ਟਰਪਤੀ ਵੀ ਸਰਕਾਰ ਕੋਲ ਜਦੋਂ ਇਹ ਗੱਲ ਜਾਏਗੀ ਕਿ ਪੰਜਾਬ ਸਰਕਾਰ ਗੈਰ ਸੰਵਿਧਾਨਕ ਤਰੀਕੇ ਨਾਲ ਚੱਲ ਰਹੀ ਹੈ ਤਾਂ ਕਈ ਕਿਸਮ ਦੇ ਐਕਸ਼ਨ ਲਏ ਜਾ ਸਕਦੇ ਹੁੰਦੇ ਨੇ। ਕੁਝ ਵੀ ਸੰਭਵ ਹੈ ਇਸ ਮਾਮਲੇ 'ਚ। ਕੋਈ ਕਿਸਮ ਦਾ ਮੈਂ ਬ੍ਰੈਕਟਾਂ 'ਚ ਪਾਉਣਾ ਹੈ। ਮੈਂ ਨਹੀਂ ਕਹਿੰਦਾ 356 ਲਾ ਕੇ ਸਰਕਾਰ ਤੋੜੀ ਜਾ ਸਕਦੀ, ਪਰ ਹੁਣ ਕੋਈ ਜਦੋਂ ਗੈਰ ਸੰਵਿਧਾਨਕ ਕਹਿਣਗੇ ਫਿਰ ਚੱਲੇਗੀ। ਦੂਜੇ ਪਾਸੇ ਮਾਨ ਸਾਹਿਬ ਕਹਿ ਰਹੇ ਨੇ ਕਿ ਇਹ ਜਿਹੜੇ ਨੇ ਸੰਵਿਧਾਨ ਨੂੰ ਤੋੜਿਆ। ਇਹਨਾਂ ਨੂੰ ਕਹਿਣਾ ਪਿਆ ਕਿ ਜੀ ਤੁਸੀਂ ਮੇਰੀ ਸਰਕਾਰ ਕਹੋ, ਜੋ ਕੈਬਨਿਟ ਨੇ ਪਾਸ ਕੀਤਾ ਹੈ ਉਹੀ ਜਿਹੜਾ ਹੈ ਤੁਹਾਨੂੰ ਬੋਲਣਾ ਪਏਗਾ। ਚਲੋ ਇੱਕ ਗੱਲ ਹੋ ਗਈ। ਹੋਰ ਵੀ ਕਈ ਮਸਲਿਆਂ ਤੇ ਅੱਜ ਉਹਨਾਂ ਨੇ ਨਵੀਂ ਗੱਲ ਜਿਹੜੀ ਕੀਤੀ ਹੈ, ਉਹ ਕਹਿੰਦੇ ਜਿਹੜੇ ਇਹ ਹਰਿਆਣਾ ਦਾ ਸਾਥ ਦੇ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ। ਇੱਥੇ ਮਾਨ ਸਾਹਿਬ ਦੀ ਗੱਲ ਇੰਨੀ ਤਾਂ ਠੀਕ ਹੈ ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਦੋਨਾਂ ਨੂੰ ਮੈਂ ਚਾਹੁੰਦਾ ਕਿ ਵੰਡ ਦਈਏ ਤਾਂ ਕਿ ਦੋਨੇ 40% 20 ਜਿਹੜਾ ਹੈ ਕਰੋੜ ਇਹ ਦੇ ਦਿਆ ਕਰਨ। ਇਸ ਕਿਸਮ ਦੀ ਗੱਲ ਜਿਹੜੀ ਉਹਨਾਂ ਨੇ ਹਰਿਆਣਾ ਦੇ ਹੱਕ 'ਚ ਗੱਲ ਤੱਕ ਕੀਤੀ ਹੈ ਗਵਰਨਰ ਸਾਹਿਬ ਨੇ। ਤੇ ਉਹ ਕਹਿੰਦੇ ਵੀ ਇਹ ਪੰਜਾਬ ਦਾ ਕੋਈ ਕੰਮ ਤਾਂ ਕਰ ਨਹੀਂ ਰਹੇ, ਨਾ ਸਾਨੂੰ ਫੰਡ ਲਿਆ ਕੇ ਦੇ ਰਹੇ ਨੇ। ਇਹ ਤਾਂ ਪੰਜਾਬ ਦੇ ਨਾਲ। ਫਿਰ ਜਦੋਂ ਕੇਂਦਰ ਦੀ ਗੱਲ ਕਰਦੇ ਆ, ਉਹ ਤਾਂ ਨਵੇਂ ਤੋਂ ਨਵਾਂ ਮਸਲਾ, ਅੱਜ ਵੀ ਮਸਲਾ ਉੱਠਿਆ। ਅੱਜ ਮਸਲਾ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਭਾਖੜਾ ਮੈਨੇਜਮੈਂਟ ਬੋਰਡ ਦੇ ਮਾਮਲੇ 'ਚ ਕਿ ਤੁਸੀਂ ਇਹਨੂੰ ਐਨਓਸੀ ਕਿਉਂ ਦਿੱਤੀ ਹੈ ਹਿਮਾਚਲ ਪ੍ਰਦੇਸ਼ ਨੂੰ। ਬਿਲਕੁਲ ਇਸੇ ਤਰ੍ਹਾਂ ਆਰਡੀਐਫ ਰੁਕਣਾ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਣਾ, ਜਾਂ ਉਦੋਂ ਪਹਿਲਾਂ ਕਰਜ਼ੇ 'ਚ ਕਟੌਤੀ, ਕਈ ਕਿਸਮ ਦੇ ਇੱਥੇ ਤੇ ਇੱਕ ਨਵਾਂ ਮਸਲਾ ਆ ਸਕਦਾ ਹੈ। ਵਿਧਾਨ ਸਭਾ 'ਚ ਦੋ ਮਸਲੇ ਆ ਸਕਦੇ ਨੇ। ਇੱਕ ਆ ਸਕਦਾ ਗੌਰਵ ਯਾਦਵ ਡੀਜੀਪੀ ਸਾਹਿਬ, ਜਿਹੜੇ ਪੰਜਾਬ ਦੇ ਡੀਜੀਪੀ ਨੇ, ਪਰ ਅਦਰਵਾਈਜ਼ ਉਹ ਜੂਨੀਅਰ ਨੇ। ਬਹੁਤ ਸਾਰੇ ਸੀਨੀਅਰ ਅਫਸਰ ਜਿਹੜੇ ਉਹਨਾਂ ਤੋਂ ਉੱਤੇ ਬੈਠੇ। ਜੇ ਯੂਪੀਐਸਸੀ ਕੋਲ ਲਿਸਟ ਜਾਂਦੀ ਹੈ ਤਾਂ ਇਹਨਾਂ ਦਾ ਨੰਬਰ ਤਾਂ ਇਹਨਾਂ ਦਾ ਜਾਣਾ ਹੀ ਨਹੀਂ ਤਿੰਨਾਂ ਦੇ ਵਿੱਚ, ਤੇ ਉਹ ਉਹਨੂੰ ਰੱਖਣਾ ਚਾਹੁੰਦੇ ਨੇ ਗੌਰਵ ਯਾਦਵ ਨੂੰ। ਇਹ ਵੀ ਇੱਕ ਮਸਲਾ ਹੈ। ਯੂਪੀਐਸਸੀ 2-3 ਵਾਰੀ ਲਿਖ ਚੁੱਕੀ ਹੈ ਕਿ ਪੈਨਲ ਭੇਜੋ, ਪੈਨਲ ਨਹੀਂ ਭੇਜਿਆ। ਇਹ ਕੋਈ ਸੰਵਿਧਾਨ ਦੇ ਵਿੱਚ ਸੋਧ ਕਰਨਾ ਜਿਹੜਾ ਹੈ ਉਹਦੇ ਲਈ ਵਿਧਾਨ ਸਭਾ 'ਚ ਪਤਾ ਲੱਗਿਆ। ਕੋਈ ਜਿਹੜੀ ਗੱਲ ਹਾਲੇ ਕਨਫਰਮ ਨਹੀਂ, ਟੇਬਲ ਜਿਹੜੀ ਹੈ ਆਈਟਮ ਆ ਸਕਦੀ। ਇਸੇ ਤਰੀਕੇ ਨਾਲ ਆਰਡੀਨੈਂਸ ਦੇ ਮਾਮਲੇ 'ਚ ਜੋ ਦਿੱਲੀ ਸਰਕਾਰ ਲੜ ਰਹੀ ਹੈ, ਉਹਦੇ ਮਾਮਲੇ ਦੇ ਵਿੱਚ ਵੀ, ਆਰਡੀਨੈਂਸ ਦੇ ਮਾਮਲੇ 'ਚ ਵੀ ਆ ਸਕਦਾ ਵਿਧਾਨ ਸਭਾ 'ਚ ਕੁਝ ਵੀ ਜਿਹੜਾ ਹੈ ਸੰਭਵ ਹੈ, ਕਿਉਂਕਿ ਦੋਨਾਂ ਦੇ ਟਕਰਾਅ ਦੀ ਸਥਿਤੀ ਚੱਲ ਰਹੀ ਹੈ, ਜਾਰੀ ਹੈ।
ਇਹ ਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਤੇ ਚਰਚਾ ਕਰਨ ਲਈ ਜਿਹੜੇ ਸਾਡੇ ਨਾਲ ਮਹਿਮਾਨ ਨੇ ਉਹਨਾਂ ਦਾ ਤੁਹਾਡੇ ਨਾਲ ਤਾਰਫਨਾਮਾ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਰਾਮ ਸਿੰਘ ਧਾਲੀਵਾਲ ਸਾਹਿਬ ਸ਼ਾਮਲ ਨੇ ਤੇ ਨਾਲ ਸਾਡੇ ਸ਼ਾਮਲ ਨੇ ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ ਤੇ ਕਾਂਗਰਸ ਪਾਰਟੀ ਵੱਲੋਂ ਜਸਵਿੰਦਰ ਸਿੰਘ ਸੀਖਾਂਵਾਲਾ ਸਾਹਿਬ, ਐਡਵੋਕੇਟ ਲੋਕੇਸ਼ ਨਾਰਿੰਗ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਰ ਰਹੇ ਨੇ, ਜਸਤੇਜ ਸਿੰਘ ਆਮ ਆਦਮੀ ਪਾਰਟੀ ਤੋਂ ਇਸ ਪ੍ਰੋਗਰਾਮ ਸ਼ਾਮਲ ਨੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਸ ਪ੍ਰੋਗਰਾਮ ਵਿੱਚ। ਧਾਲੀਵਾਲ ਸਾਹਿਬ, ਕਿਵੇਂ ਦੇਖਦੇ ਹੋ? ਆਪਾਂ ਚੱਲਦੇ ਹਾਂ ਪੋਲੀਟੀਕਲ ਪਾਰਟੀਆਂ ਕੋਲ, ਲੇਕਿਨ ਉਸ ਤੋਂ ਪਹਿਲਾਂ ਤੁਹਾਡੀ ਟਿੱਪਣੀ, ਇਹ ਦੋਵਾਂ ਨਾਲ ਟਕਰਾਅ ਤਾਂ ਜਾਰੀ ਹੈ, ਰਾਦਰ ਵੱਧ ਰਿਹਾ ਹੈ ਹਰ ਰੋਜ਼ ਨਵੇਂ ਤੋਂ ਨਵੇਂ। ਅੱਜ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਵੀ ਆ ਗਿਆ, ਹਿਮਾਚਲ ਪ੍ਰਦੇਸ਼ ਵਾਲਾ ਵੀ ਆ ਗਿਆ, ਕਿਵੇਂ ਦੇਖਦੇ? ਵਾਲੀਆ ਸਾਹਿਬ, ਇਹਦੇ ਵਿੱਚ ਜਿਹੜੀਆਂ ਗੱਲਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕਰ ਰਹੇ ਸੀਗੇ, ਇੱਕ ਤਾਂ ਇਹ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਗਵਰਨਰ ਤੇ ਮੁੱਖ ਮੰਤਰੀ ਦੋਵੇਂ ਸਰਕਾਰ ਦੇ ਮੁੱਖ ਅੰਗ ਨੇ। ਜਦੋਂ ਇਹ ਦੋਵੇਂ ਆਪਸ ਵਿੱਚ ਟਕਰਾਉਂਦੇ ਨੇ, ਬੜੀ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਹਾਲਾਤ ਉੱਥੋਂ ਤੱਕ ਹੋਣ ਜਿਵੇਂ ਪਿੱਛੇ ਮਾਨਯੋਗ ਅਦਾਲਤ ਜਾਣਾ ਪਿਆ ਦੋਵਾਂ ਨੂੰ। ਇਹ ਫਿਰ ਦੋਵੇਂ ਵਕੀਲ ਕਰਦੇ ਨੇ, ਦੋਵਾਂ ਨੇ ਵੱਡੇ ਵਕੀਲਾਂ ਨੂੰ ਫੀਸਾਂ ਦੇਣੀਆਂ ਨੇ ਤੇ ਉਹ ਫੀਸਾਂ ਪੰਜਾਬ ਦੇ ਐਕਸਚੈਕਰ ਚੋਂ ਜਾਣੀਆਂ ਨੇ, ਇਹਨਾਂ ਦੀ ਜੇਬ ਚੋਂ ਨਹੀਂ ਜਾਣੀਆਂ ਦੋਨਾਂ ਨੇ। ਜਦੋਂ ਇਹ ਦੋ ਸੰਸਥਾਵਾਂ, ਦੋ ਵੱਡੇ ਅਹੁਦੇ ਇੱਕੋ ਮੁੱਦੇ ਲਈ ਇੱਕੋ ਘਰ ਚੋਂ ਪੈਸੇ ਦੇ ਕੇ ਫੀਸ ਦੇਣਗੇ, ਤੇ ਜਿਹੜੀ ਗੱਲ ਗਵਰਨਰ ਸਾਹਿਬ ਪਹਿਲਾਂ ਹੀ ਕਹੀ ਜਾਂਦੇ ਨੇ ਕਿ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ, ਇਹਦਾ ਨੁਕਸਾਨ ਕਿਹਨੂੰ ਹੋਏਗਾ? ਆਪਾਂ ਕਿਵੇਂ ਮੰਨੀਏ ਕਿ ਜਿਹੜੀਆਂ ਇਹ ਦੋਵੇਂ ਧਿਰਾਂ ਨੇ ਇਹ ਸਟੇਟ ਦੇ ਹਿੱਤਾਂ ਦੀ ਰਾਖੀ ਲਈ ਨੇ? ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਐਡੇ ਐਡੇ ਸਿਆਣੇ ਉੱਚੇ ਅਹੁਦਿਆਂ ਤੇ ਬੈਠ ਕੇ ਜੇਕਰ ਇਹ ਗੱਲਾਂ ਐਮੀਕੇਬਲੀ ਹੱਲ ਨਹੀਂ ਕੀਤੀਆਂ ਜਾ ਰਹੀਆਂ ਜਾਂ ਨਹੀਂ ਜਾ ਸਕਦੀਆਂ ਤਾਂ ਇਹ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਫਿਰ ਇਹ ਮੰਨਿਆ ਨਹੀਂ ਜਾ ਸਕਦਾ ਕਿ ਆਪਾਂ ਅੱਜ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਇਹ ਨਹੀਂ ਮੰਨਿਆ ਜਾ ਸਕਦਾ ਕਿ ਦੋਵੇਂ ਧਿਰਾਂ ਪੰਜਾਬ ਦੀਆਂ ਹਤੈਸ਼ੀ ਨੇ। ਕੋਈ ਨਾ ਕੋਈ ਧਿਰ ਇਹ ਤੋਂ ਪੰਜਾਬ ਦੀ ਹਤੈਸ਼ੀ ਨਹੀਂ ਰਹੇਗੀ, ਇਹਦੇ ਅਰਥ ਇਹ ਨਿਕਲਣਗੇ। ਦੂਸਰੀ ਗੱਲ ਜਿਹੜੀ ਮੈਂ ਕਹੂੰਗਾ ਕਿ ਜੀ ਕਰੋ ਗੱਲ, ਕਰੋ। ਹਾਂਜੀ। ਦੂਸਰੀ ਗੱਲ ਜਿਹੜੀ ਤੁਸੀਂ ਅੱਜ ਹਾਈਲਾਈਟ ਕੀਤੀ ਹੈ, ਇਹਦੇ ਵਿੱਚੋਂ ਮੈਨੂੰ ਇੱਕ ਹੁਣੇ ਤੋਂ ਇੱਕ ਨਵੇਂ ਮੁੱਦੇ ਦੀ ਸਮੈਲ ਆਉਣੀ ਸ਼ੁਰੂ ਹੋ ਗਈ ਕਿ ਜੇਕਰ ਗਵਰਨਰ ਸਾਹਿਬ ਯੂਟੀ ਦੇ ਐਡਮਿਨਿਸਟ੍ਰੇਟਰ ਦੇ ਤੌਰ ਤੇ ਕੋਈ ਇਹੀ ਜੀ ਗੱਲ ਕਰਦੇ ਨੇ ਕਿ ਪੰਜਾਬ ਹਰਿਆਣਾ ਇਹਦੇ ਵਿੱਚ ਏਦਾਂ ਕਰਨ, ਤੇ ਮੁੱਖ ਮੰਤਰੀ ਦੋਸ਼ ਲਾਉਂਦੇ ਨੇ ਕਿ ਇਹ ਹਰਿਆਣੇ ਦਾ ਪੱਖ ਲੈਂਦੇ ਨੇ, ਤਾਂ ਕੱਲ ਨੂੰ ਇਹਦੇ ਵਿੱਚੋਂ ਇਹੀ ਜੀ ਮੰਗ ਵੀ ਨਿਕਲੂਗੀ ਕਿ ਪੰਜਾਬ ਦਾ ਗਵਰਨਰ ਯੂਟੀ ਦਾ ਐਡਮਿਨਿਸਟ੍ਰੇਟਰ ਹੋਣਾ ਹੀ ਨਹੀਂ ਚਾਹੀਦਾ, ਇਹ ਇੰਡੀਪੈਂਡੈਂਟ ਅਹੁਦੇ ਹੋਣੇ ਚਾਹੀਦੇ ਨੇ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਗਵਰਨਰ ਨੂੰ ਇੱਥੇ ਪੰਜਾਬ ਦੀ ਗੱਲ ਕਰਨੀ ਪਵੇ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਜਨਤਾ ਦੇ ਵਿੱਚ ਲਿਜਾ ਕੇ ਏਦਾਂ ਛਲਕਾਈਆਂ ਜਾਣੀਆਂ। ਤੀਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਇਹ ਹੈ ਵੀ ਜਿਹੜਾ ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਟਕਰਾਓ ਹੈ, ਚਾਹੇ ਉਹ ਕਾਂਗਰਸ ਸਰਕਾਰ ਵੇਲੇ ਸੀ, ਚਾਹੇ ਉਸ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣੀ ਉਦੋਂ ਸੀ, ਚਾਹੇ ਉਹ ਬੀਪੀ ਸਿੰਘ ਦੀ ਸਰਕਾਰ ਵੇਲੇ ਸੀ, ਚਾਹੇ ਅੱਜ ਦੀ ਸਰਕਾਰ ਵੇਲੇ ਹੈ, ਇਹ ਸਿਰਫ ਤੇ ਸਿਰਫ ਵਿਰੋਧੀ ਧਿਰਾਂ ਦੀਆਂ ਜਿੱਥੇ ਸਰਕਾਰਾਂ ਨੇ ਉਹਨਾਂ ਦੇ ਮੁੱਖ ਮੰਤਰੀਆਂ ਨਾਲ ਹੀ ਕਿਉਂ ਆਉਂਦਾ ਹੈ? ਜੇਕਰ ਮੁੱਖ ਮੰਤਰੀ ਕਿਤੇ ਗਲਤ ਕਰਦੇ ਨੇ ਤਾਂ ਇਹ ਕਿਵੇਂ ਆਪਾਂ ਮੰਨ ਲਈਏ ਕਿ ਜਿਹੜੀ ਕੇਂਦਰ ਵਿੱਚ ਸੱਤਾ ਧਿਰ ਹੁੰਦੀ ਹੈ ਉਹ ਸਾਰਾ ਕੁਝ ਵਧੀਆ ਕਰਦੀ ਹੈ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਸਟੇਟਾਂ 'ਚ ਹੁੰਦੇ ਨੇ ਉੱਥੇ ਮੁੱਖ ਮੰਤਰੀ ਠੀਕ ਨਹੀਂ ਕਰਦੇ ਜਾਂ ਉੱਥੇ ਗਵਰਨਰ ਠੀਕ ਨਹੀਂ ਕਰਦੇ? ਦੋਨੇ ਪਾਸੇ ਕਹੂੰਗਾ ਮੈਂ ਗੱਲ, ਉੱਥੇ ਇਹ ਇਸ਼ੂ ਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਟਕਰਾਅ ਜ਼ਿਆਦਾ ਹੈ ਤੇ ਜਿੱਥੇ ਡਬਲ ਇੰਜਨ ਹੈ ਤਾਂ ਇਕੱਠੇ ਖਿੱਚੀ ਜਾਂਦਾ। ਖੈਰ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਕਹਿ ਰਹੀ ਹੈ ਕਿ ਜੀ ਗਵਰਨਰ ਸਾਹਿਬ ਨੇ ਸੰਵਿਧਾਨ ਤੋੜਿਆ, ਉਹਨਾਂ ਦੇ ਕੋਲ ਲੌਜਿਕ ਹੈ ਕਿ ਉਹਨਾਂ ਨੂੰ ਸਮਝਾਉਣਾ ਪਿਆ ਕਿ ਮੇਰੀ ਸਰਕਾਰ ਜਿਹੜੀ ਹੈ ਉਹ ਕਹੋ ਤੁਸੀਂ। ਜਸਦੇਵ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਤਰਾਸਦੀ ਇਸ ਵੇਲੇ ਪੰਜਾਬ ਦੀ ਆ ਹੈ। ਮੇਰੀ ਆਵਾਜ਼ ਆ ਰਹੀ ਹੈ? ਹਾਂ ਥੋੜਾ ਹੁਣ ਰੱਖੋ, ਮਾਈਕ ਇੱਥੇ ਰੱਖੋ। ਜੋ ਇਸ ਵੇਲੇ ਤਰਾਸਦੀ ਹੈ ਪੰਜਾਬ ਦੀ ਉਹ ਇਹ ਹੈ ਕਿ ਵੀ ਇੱਥੇ ਇਸ ਵੇਲੇ ਦੋ ਗਵਰਨਰ ਨੇ,
ਇੱਕ ਹਰਿਆਣੇ ਦੇ ਵੀ ਇੱਥੇ ਰਹਿ ਰਹੇ ਆ ਤੇ ਪੰਜਾਬ ਦੇ ਵੀ ਚੰਡੀਗੜ੍ਹ ਦੇ ਵਿੱਚ ਜਿਹੜੇ ਰਹਿ ਰਹੇ ਆ। ਪਰ ਤਰਾਸਦੀ ਕਿੱਥੇ? ਤਰਾਸਦੀ ਇੱਥੇ ਹੈ ਕਿ ਚਲੋ ਹਰਿਆਣੇ ਵਾਲਿਆਂ ਨੇ ਤਾਂ ਹਰਿਆਣੇ ਦੀ ਗੱਲ ਕਰਨੀ ਹੈ, ਇੱਥੇ ਪੰਜਾਬ ਦੇ ਗਵਰਨਰ ਸਾਹਿਬ ਵੀ ਹਰ ਦੂਜੇ ਦਿਨ ਜਿਹੜੀ ਸਟੇਟਮੈਂਟ ਦਿੰਦੇ ਆ ਉਹ ਹਰਿਆਣੇ ਪੱਖੀ ਦੇ ਦਿੰਦੇ ਆ। ਭਾਵੇਂ ਅਸੀਂ ਪੰਜਾਬ ਯੂਨੀਵਰਸਿਟੀ ਹੋਈਏ ਜਾਂ ਅਨਨੈਸੈਸਰੀਲੀ ਜੇ ਇੱਕ ਸ਼ਾਂਤੀ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਰਿਕੁਐਸਟ ਭੇਜੀ ਗਈ ਕਿ ਸਾਨੂੰ ਬਜਟ ਸੈਸ਼ਨ ਲਿਆ ਲੈਣ ਦਿਓ, ਭਗਵੰਤ ਮਾਨ ਸਰਕਾਰ ਨੇ ਭੇਜੀ, ਤੇ ਹੁਣ ਉਹਦੇ 'ਚ ਜਿਹੜਾ ਸੰਵਿਧਾਨਿਕ ਹੱਕ ਹੈ ਸਾਡਾ, ਉੱਥੇ ਕੀ ਗਲਤ ਸੀਗਾ? ਹਾਰ ਕੇ ਜਦੋਂ ਉਹਨਾਂ ਨੇ ਪਰਮਿਸ਼ਨ ਦੇਣ ਤੋਂ ਮਨਾ ਕਰਤਾ, ਉਹਨਾਂ ਨੇ ਸਗੋਂ ਇਹ ਲਿਖ ਕੇ ਭੇਜਿਆ ਕਿ ਵੀ ਇਹਦੇ 'ਚ ਮੈਂ ਇੱਕ ਕਾਨੂੰਨੀ ਸਲਾਹ ਲਵਾਂਗਾ। ਮਤਲਬ ਇਹ ਵੀ ਆਪਦੇ ਆਪ 'ਚ ਇੱਕ ਪਹਿਲੀ ਵਾਰੀ ਦੇਖਣ 'ਚ ਆ ਰਿਹਾ ਹੈ ਕਿ ਬਈ ਇੱਕ ਗਵਰਨਰ ਸਾਹਿਬ ਕਹਿ ਰਹੇ ਆ ਵੀ ਸੈਸ਼ਨ ਬੁਲਾਉਣ ਵਾਸਤੇ, ਪਰਮਿਸ਼ਨ ਦੇਣ ਵਾਸਤੇ ਮੈਂ ਇੱਕ ਕਾਨੂੰਨੀ ਸਲਾਹ ਲਵਾਂਗਾ, ਤੇ ਸਾਨੂੰ ਮਜਬੂਰਨ ਆਪਣੇ ਹੱਕਾਂ ਦੀ ਲੜਾਈ ਵਾਸਤੇ ਸਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਐਂਡ ਕੰਸੀਡਰਿੰਗ ਦੀ ਇੰਪੋਰਟੈਂਸ ਆਫ ਦੀ ਇਸ਼ੂ, ਉਸ ਮੁੱਦੇ ਨੂੰ ਸੁਪਰੀਮ ਕੋਰਟ ਨੇ ਉਸੇ ਦਿਨ 3:30 ਵਜੇ ਸੁਣਵਾਈ ਤੇ ਰੱਖਿਆ। ਤੇ ਫਿਰ ਸੁਣਵਾਈ ਕਿਉਂ ਨਹੀਂ ਹੋਣ ਦਿੱਤੀ ਉਸ ਵੇਲੇ? ਨਾਲ ਦੇ ਨਾਲ ਗਵਰਨਰ ਸਾਹਿਬ ਦੇ ਵਕੀਲ ਉੱਥੇ ਪੇਸ਼ ਹੋ ਕੇ ਕਹਿੰਦੇ ਜੀ ਅਸੀਂ ਹੁਣ ਸੈਸ਼ਨ ਬੁਲਾ ਰਹੇ ਹਾਂ। ਪਰ ਕਿਉਂਕਿ ਸੁਪਰੀਮ ਕੋਰਟ ਸੰਵਿਧਾਨ ਦੇ ਵਿੱਚ ਇੱਕ ਸਤੰਭ ਹੈ, ਇੱਕ ਪਿਲਰ ਹੈ ਇੱਕ ਡੈਮੋਕ੍ਰੇਸੀ ਦਾ, ਉਹਨਾਂ ਨੇ ਫਿਰ ਵੀ ਜਾਂਦੇ ਜਾਂਦੇ ਇੱਕ ਬਹੁਤ ਬਖੂਬੀ ਇੱਕ ਟਿੱਪਣੀ ਦਿੱਤੀ ਕਿ ਵੀ ਇਹ ਜੋ ਕੁਝ ਹੋ ਰਿਹਾ, ਭਾਵੇਂ ਸੀਐਮ ਜੋ ਮਰਜ਼ੀ, ਜੇ ਸੀਐਮ ਤੋਂ ਨਾਰਾਜ਼ ਹੈ ਗਵਰਨਰ, ਤੇ that does not mean ਕਿ ਵੀ ਉਹ ਕਿਸੇ ਸੈਸ਼ਨ ਨੂੰ ਰੋਕ ਸਕਦੇ ਹੈ। ਇਹ ਗੈਰ ਸੰਵਿਧਾਨਿਕ ਹੈ। ਇਹ ਟਿੱਪਣੀ ਬਕਾਇਦਾ ਉੱਥੇ ਗਈ ਹੈ। ਐਂਡ ਜੇ ਅਸੀਂ ਸੰਵਿਧਾਨ ਦੀ ਗੱਲ ਵੀ ਕਰੀਏ ਤੇ ਕਿੱਥੇ ਲਿਖਿਆ ਕਿ ਵੀ ਜਿਹੜੇ ਗਵਰਨਰ ਸਾਹਿਬ ਨੇ ਉਹ ਆਊਟ ਆਫ ਐਡਵਾਈਸ। ਜਸਵੀਰ ਸਿੰਘ ਤੁਸੀਂ ਬਿਲਕੁਲ ਗਰਾਊਂਡ ਬਣਾਤੀ, ਲੇਕਿਨ ਜਿਹੜਾ ਆ ਨਵਾਂ ਮੁੱਦੇ ਉੱਠ ਰਹੇ ਨੇ ਇਹਦੇ ਬਾਰੇ ਕੀ ਟਿੱਪਣੀਆਂ ਤੁਹਾਡੀ? ਠੀਕ ਹੈ ਜੀ, ਜਿਵੇਂ ਹੁਣ ਅਸੀਂ ਬੀਬੀਐਮਬੀ ਦੀ ਗੱਲ ਕਰਦੇ ਹਾਂ, ਉਹਦੇ ਵਾਸਤੇ ਸਾਨੂੰ ਮਾੜੀ ਜੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇਖਣਾ ਪਏਗਾ। ਪੰਜਾਬ ਰੀਆਰਗੇਨਾਈਜੇਸ਼ਨ 1966 ਦੇ ਤਹਿਤ ਬੀਬੀਐਮਬੀ ਕੰਸਟਰਕਟ ਕੀਤਾ ਗਿਆ ਸੀਗਾ, ਐਂਡ ਉਹਦਾ ਸੈਕਸ਼ਨ ਜੋ ਹੈ ਸਪੈਸੀਫਿਕ ਸੈਕਸ਼ਨ 79, ਉਹ ਬੀਬੀਐਮਬੀ ਦੀ ਸਾਰੀ ਪਾਵਰਾਂ ਨੂੰ ਡਿਟੇਲ ਦੇ ਵਿੱਚ ਦਰਸਾਉਂਦਾ ਹੈ। ਉਹਦੇ ਵਿੱਚ ਹਰ ਥਾਂ ਤੇ ਸਿਰਫ 3 ਗੱਲਾਂ ਲਿਖੀਆਂ ਹੋਈਆਂ, ਐਡਮਿਨਿਸਟ੍ਰੇਸ਼ਨ, ਮੇਨਟੇਨੈਂਸ ਐਂਡ ਆਪਰੇਸ਼ਨ। ਉੱਥੇ ਕੋਈ ਵੀ ਡਿਸਟ੍ਰੀਬਿਊਸ਼ਨ ਆਫ ਵਾਟਰ ਬਾਰੇ ਕੋਈ ਗੱਲ ਨਹੀਂ ਹੈ। ਜਿਹੜੀ ਪਾਣੀ ਦੀ ਡਿਸਟ੍ਰੀਬਿਊਸ਼ਨ ਹੋਣੀ ਹੈ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਇਜ਼ ਵੈਰੀ ਕਲੀਅਰ, ਇਟ ਹੈਜ਼ ਟੂ ਬੀ ਐਜ਼ ਪਰ ਦੀ ਐਗਰੀਮੈਂਟ ਸਾਈਨਡ ਬਿਟਵੀਨ ਦੀ ਕੰਟਰੈਕਟਿੰਗ ਪਾਰਟੀਜ਼, ਪਾਰਟਨਰ ਸਟੇਟਸ। ਹੁਣ ਜੋ ਐਗਰੀਮੈਂਟ ਹੋਏ ਹੈ JNK ਨਾਲ ਹੋਏ ਹੈ, ਪਹਿਲਾਂ ਹਰਿਆਣੇ ਨਾਲ ਹੋਏ ਹੈ, ਦਿੱਲੀ ਨਾਲ ਹੋਏ ਹੈ ਤੇ ਰਾਜਸਥਾਨ ਨਾਲ ਹੋਏ ਹੈ, ਜਿਹਦੇ ਨਾਲ ਬਕਾਇਦਾ ਇੱਕ ਕਨਾਲ ਸਿਸਟਮ ਬਣਾਇਆ ਗਿਆ ਜਿੱਥੋਂ ਉਹਨਾਂ ਨੂੰ ਪਾਣੀ ਜਾਂਦਾ ਹੈ। ਸੁਪਰੀਮ ਕੋਰਟ ਦੀ ਜਜਮੈਂਟ ਵੀ ਹੈ। ਸੁਪਰੀਮ ਕੋਰਟ ਦੀ ਜਜਮੈਂਟ ਜਿਹੜੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਵੀ 7.19%, ਐਂਡ ਇਹ ਗੱਲ ਮੇਰੀ ਧਿਆਨ ਨਾਲ ਪਲੀਜ਼ ਸੁਣਿਓ, ਸੁਪਰੀਮ ਕੋਰਟ ਇਹ ਕਹਿੰਦਾ 7.19% ਪਾਵਰ, ਸਿਰਫ ਪਾਵਰ, ਇਲੈਕਟ੍ਰਿਸਿਟੀ ਪਾਵਰ ਦੀ ਗੱਲ ਕਰਦਾ ਹੈ, ਹਿਮਾਚਲ ਪ੍ਰਦੇਸ਼ ਦਾ ਹੱਕ ਹੈ। ਉਸ ਜਜਮੈਂਟ ਦੇ ਵਿੱਚ ਨਾ ਤਾਂ ਇਹ ਗੱਲ ਕਦੇ ਪਾਣੀ ਦੀ ਆਈ ਤੇ ਨਾ ਇਹਨਾਂ ਨੇ ਕਦੇ ਪਾਣੀ ਦਾ ਕੋਈ ਵੀ ਡਿਸਟ੍ਰੀਬਿਊਸ਼ਨ ਸ਼ੇਅਰਿੰਗ ਬਾਰੇ ਗੱਲ ਕੀਤੀ। ਪਰ ਹੁਣ ਅਚਨਚੇਤ ਇੱਕ ਅਚਾਨਕ ਲੈਟਰ ਆ ਜਾਂਦੀ ਹੈ ਸੈਂਟਰ ਤੋਂ ਕਿ ਬਈ ਇਹਨਾਂ ਨੂੰ ਜੋ ਹੈ 7.19% ਤੱਕ ਦਾ ਪਾਣੀ ਵੀ ਦਿਓ। ਇੱਕ ਗੱਲ ਮੈਂ ਹੋਰ ਇਤਲਾਹ ਤੁਹਾਨੂੰ ਦੇਣਾ ਕਿ ਪਾਣੀ ਕਈ ਵਾਰੀ ਸਾਡੀ ਸਟੇਟਸ, ਇਨਫੈਕਟ ਮੈਂ ਕਹਿੰਦਾ ਰਾਜਸਥਾਨ ਵੀ, ਹਰਿਆਣਾ ਵੀ, ਪੰਜਾਬ NOC ਹੋ ਕੇ, ਸਿਰਫ NOC ਹੋਏਗੀ, ਉਹਦੇ ਜੇ NOC ਦੇਣਗੀ ਸਟੇਟਸ ਤਾਂ ਪਾਣੀ ਉੱਥੇ ਜਾਏਗਾ, ਤੇ 17-18 ਵਾਰੀ ਦਿੱਤਾ ਵੀ ਹੈ ਫॉर ਡਰਿੰਕਿੰਗ ਪਰਪਸ, ਪਾਣੀ ਪੀਣ ਵਾਸਤੇ। ਹੁਣ ਇਹਨਾਂ ਨੇ ਹੋਰ ਪ੍ਰੋਜੈਕਟ ਵਿੱਚ ਲਿਆਤੇ ਕਿ ਵੀ ਤੁਸੀਂ ਪਾਣੀ ਉਹਨਾਂ ਨੂੰ ਦਿਓ, ਉਹਦੇ ਵਾਸਤੇ NOC ਦੀ ਵੀ ਲੋੜ ਨਹੀਂ ਹੈ। ਇਹ ਕਿੱਥੋਂ ਤੱਕ ਗੱਲ ਠੀਕ ਹੈ? ਕਿਹੜੀ ਇਹਨਾਂ ਨੇ ਸਟੱਡੀ ਕੀਤੀ ਹੈ ਕਿ ਵੀ ਪੰਜਾਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ? ਇਹਨਾਂ ਨੇ ਕਿਹੜੀ ਸਟੱਡੀ ਦੇ ਨੂੰ ਬੁਨਿਆਦ ਬਣਾ ਕੇ, ਉਹਨੂੰ ਫਾਊਂਡੇਸ਼ਨ ਬਣਾ ਕੇ ਇੱਕ ਲੈਟਰ ਰਾਹੀਂ ਤੁਸੀਂ ਇੱਕ ਪਾਣੀ ਦਾ ਜੋ ਸਬਜੈਕਟ ਹੈ, ਮੈਂ ਇਹ ਇੱਕ ਹੋਰ ਨਵਾਂ ਤੁਹਾਨੂੰ ਦੱਸ ਦਿੰਦਾ, ਵਾਟਰ ਇਜ਼ ਅ ਸਟੇਟ ਸਬਜੈਕਟ ਐਂਡ ਇਟ ਇਜ਼ ਅ ਇੰਟਰ ਸਟੇਟ ਪਾਰਟੀ ਆਈਟਮ। ਉਹਦੇ ਉੱਪਰ ਹੁਣ ਸੈਂਟਰ ਕਿੱਥੋਂ ਇੱਕ ਲੈਟਰ ਲਿਖਦਾ, ਇੱਕ ਸਿੰਪਲ, ਉਹ ਵੀ ਕਿੱਥੋਂ ਆ ਰਹੀ ਹੈ ਲੈਟਰ ਜੀ, ਇੱਕ ਡਿਪਟੀ ਡਾਇਰੈਕਟਰ ਸਾਹਿਬ ਆਪਣਾ ਲੈਟਰ ਲਿਖ ਕੇ ਦੇ ਰਿਹਾ BBMB ਨੂੰ ਕਿ ਅੱਜ ਤੋਂ ਬਾਅਦ NOC ਦੀ ਲੋੜ ਨਹੀਂ ਹੈ। ਮੈਂ ਬੜਾ ਮਤਲਬ ਇੱਕ, ਜਿਵੇਂ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿੱਥੇ ਜਿੱਥੇ ਨਾਨ BJP ਸਰਕਾਰ ਹੈ, ਮਹਾਰਾਸ਼ਟਰ ਨੂੰ ਅਸੀਂ ਲੈ ਲਈਏ, ਸਵੇਰੇ 3 ਵਜੇ ਗਵਰਨਰ ਸਾਹਿਬ ਉੱਠ ਜਾਂਦੇ ਆ, 5 ਵਜੇ ਸਾਈਨ ਕਰਕੇ ਏਕਨਾਥ ਸ਼ਿੰਦੇ ਨੂੰ CM ਬਣਾ ਦਿੰਦੇ ਆ। ਲਕਸ਼ਦੀਪ ਲੈ ਲਈਏ, ਜਿੱਥੇ ਐਡਮਿਨਿਸਟ੍ਰੇਟਰ ਹੈਗੇ ਆ, ਉੱਥੇ ਉਹਨਾਂ ਦਾ ਝਗੜਾ ਰਹਿੰਦਾ ਹਰ ਵੇਲੇ। ਪੰਜਾਬ ਲਾ ਲਓ, ਕੋਈ ਵੀ ਲਾ ਲਓ, ਮਤਲਬ ਗਵਰਨਰ ਨੂੰ ਜੇ ਤੁਸੀਂ ਗਵਰਨਰ ਜਸਤੇਜ ਜੀ, ਕਿਉਂਕਿ ਬ੍ਰੇਕ ਦਾ ਟਾਈਮ ਹੋ ਚੁੱਕਿਆ, ਤੁਸੀਂ ਆਪਣਾ ਪੱਖ ਰੱਖ ਲਿਆ ਗੱਲ
ਆਪਣੀ ਹੋ ਚੁੱਕੀ ਹੈ ਕਿ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਹੀ ਮਸਲੇ ਕਿਉਂ ਪੈਦਾ ਹੋ ਰਹੇ ਨੇ। ਇਹ ਗੱਲ ਬਹੁਤ ਵਾਰ ਉੱਠ ਚੁੱਕੀ ਹੈ, ਪਿਛਲੇ ਪ੍ਰੋਗਰਾਮ 'ਚ ਵੀ ਉੱਠੀ ਸੀ, ਅੱਜ ਵੀ ਉੱਠ ਰਹੀ ਹੈ। ਲੇਕਿਨ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਤਾਜ਼ਾ ਕੋਈ 2-3 ਘਟਨਾਵਾਂ ਐਸੀਆਂ ਕੇਂਦਰ ਨਾਲ ਵੀ ਟਕਰਾਅ ਵੱਧ ਰਿਹਾ ਹੈ ਔਰ ਗਵਰਨਰ ਸਾਹਿਬ ਨਾਲ ਵੀ ਵੱਧ ਰਿਹਾ ਹੈ, ਪੰਜਾਬ ਸਰਕਾਰ ਦਾ, ਮਾਨ ਸਾਹਿਬ ਦਾ, ਉਹਤੇ ਚਰਚਾ ਕਰ ਰਹੇ ਹਾਂ। ਇਹ ਚਰਚਾ ਜਾਰੀ ਰੱਖਾਂਗੇ, ਲੇਕਿਨ ਇੱਕ ਬ੍ਰੇਕ ਤੋਂ ਬਾਅਦ। ਹੁਣ ਲੈਣੇ ਇੱਕ ਬ੍ਰੇਕ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਕੇਂਦਰ ਤੇ ਗਵਰਨਰ ਸਾਹਿਬ ਨਾਲ ਜਿਹੜਾ ਟਕਰਾਅ ਹੈ, ਉਹਦੇ ਬਾਰੇ ਵੱਖ-ਵੱਖ ਪਾਰਟੀਆਂ ਆਪਣਾ ਆਪਣਾ ਸਟੈਂਡ ਕਲੀਅਰ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਜਸਤੇਜ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ, ਕਾਂਗਰਸ ਜਦੋਂ ਆਪਣੀ ਗੱਲ ਕਰਨਗੇ ਉਸ ਤੋਂ ਬਾਅਦ ਆਪਾਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਕੋਲ ਜਾਵਾਂਗੇ, ਉਹਨਾਂ ਦਾ ਜਵਾਬ ਲਵਾਂਗੇ। ਕੀ ਕਹਿ ਰਹੇ ਹੋ ਸਿੱਖਾਂਵਾਲਾ ਸਾਹਿਬ, ਕਾਂਗਰਸ ਪਾਰਟੀ? ਦੇਖੋ ਜੀ ਵਾਲੀਆ ਸਾਹਿਬ, ਜਿਹੜੀਆਂ ਗਵਰਨਰ ਸਾਹਿਬ ਬਾਰੇ ਟਿੱਪਣੀਆਂ ਕੀਤੀਆਂ ਭਗਵੰਤ ਸਿੰਘ ਮਾਨ ਹੋਰਾਂ ਨੇ, ਉਹ ਇੱਕ ਰੈਲੀ ਦੇ ਦੌਰਾਨ ਕੀਤੀਆਂ, ਜਿਹੜੀ ਦਿੱਲੀ ਰੈਲੀ ਕੀਤੀ ਸੀ। ਔਰ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਪ੍ਰੈਸ ਦੇ ਰਾਹੀਂ ਕਿਹਾ ਕਿ ਇਹ ਜਿਹੜੀਆਂ ਗੱਲਾਂ ਗੈਰ ਸੰਵਿਧਾਨਕ ਹੈ। ਬਿਲਕੁਲ ਸਹੀ ਹੈ, ਗਵਰਨਰ ਸਾਹਿਬ ਇਸ ਗੱਲ ਤੇ ਸਹੀ ਹੈ ਕਿ ਗੈਰ ਸੰਵਿਧਾਨਕ ਟਿੱਪਣੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਔਰ ਜਿਹੜੀ ਮੁੱਖ ਮੰਤਰੀ ਦੀ ਭਗਵੰਤ ਸਿੰਘ ਮਾਨ ਦੀ ਭਾਸ਼ਾ ਹੈ ਉਹ ਗੈਰ ਸਮਾਜਿਕ ਹੈ, ਤੇ ਇਹ ਸਾਰੀਆਂ ਹਰਕਤਾਂ ਗੈਰ ਜ਼ਿੰਮੇਵਾਰਾਨਾ ਹਰਕਤਾਂ। ਇਹ ਇੱਕ ਮੁੱਖ ਮੰਤਰੀ ਨੂੰ, ਜਿਹੜਾ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਲੋਕਾਂ ਦੀ ਭਲਾਈ ਵਾਸਤੇ ਤੇ ਸੂਬੇ ਦੀ ਭਲਾਈ ਵਾਸਤੇ ਕੰਮ ਕਰਨਾ, ਨਾ ਕਿ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਛੇੜਦੀਆਂ ਜਿਹਦੇ ਨਾਲ ਸੂਬੇ ਦਾ ਨੁਕਸਾਨ ਹੋਵੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਮਸਲਾ, ਤੇ ਦੋਨੋਂ ਪਾਸੋਂ ਜਿਹੜੀ ਫੀਸ ਜਾਣੀ ਹੈ ਉਹ ਪੰਜਾਬ ਦੇ ਲੋਕਾਂ ਦੀ ਜਾਣੀ ਹੈ। ਸੋ ਇਹ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ। ਦੂਸਰੀ ਗੱਲ, ਅਸਲੀ ਗੱਲ ਇਹ ਹੈ ਕਿ ਜਿਹੜੇ ਪੰਜਾਬ ਦੇ ਮੁੱਦਿਆਂ ਤੋਂ ਵਾਰ-ਵਾਰ ਧਿਆਨ ਭਟਕਾਉਣ ਵਾਸਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਔਰ ਦਿੱਲੀ 'ਚ ਵੀ ਜਿਹੜਾ ਸਾਰਾ ਕੁਝ ਚੱਲ ਰਿਹਾ ਉਹ ਇਹ ਦੱਸਦਾ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਬੀਜੇਪੀ ਦੀ ਬੀ ਟੀਮ ਹੈ, ਔਰ ਇਹਨੂੰ ਖੜਾ ਕਰ ਰਹੇ ਆ 2024 ਦੀਆਂ ਇਲੈਕਸ਼ਨਾਂ ਵਾਸਤੇ, ਤਾਂ ਜੋ ਐਂਟੀ ਇਨਕੰਬੈਂਸੀ ਨੂੰ ਵੰਡਿਆ ਜਾ ਸਕੇ। ਵੱਧ ਤੋਂ ਵੱਧ ਖਬਰਾਂ ਬਣਨ, ਖਬਰਾਂ ਦੇ ਵਿੱਚ ਹੀਰੋ ਬਣਨ। ਜੇ ਇਹੀ ਗੱਲਾਂ ਕਿਤੇ ਆਪਣੇ ਇੱਥੇ ਕਾਂਗਰਸ ਦੇ ਕਿਸੇ ਮੁੱਖ ਮੰਤਰੀ ਨੇ ਕੀਤੀ ਹੁੰਦੀ ਤੇ ਗਵਰਨਰ ਸਾਹਿਬ ਨੇ ਉਹਨੂੰ ਸਰਕਾਰ ਤੋੜ ਦੇਣੀ ਸੀ। ਜਿਹੜੀ ਤੁਸੀਂ ਹੁਣੇ ਗੱਲ ਕੀਤੀ ਨਾ 356 ਦੀ, ਉਹਨਾਂ ਨੇ ਉਸ ਧਾਰਾ ਦੀ ਵਰਤੋਂ ਕਰਦੇ ਹੋਏ, ਆਪਣੇ ਪਾਵਰ ਦੀ ਵਰਤੋਂ ਕਰਦੇ ਹੋਏ ਸਰਕਾਰ ਤੋੜ ਦੇਣੀ ਸੀ। ਬਿਲਕੁਲ ਗੱਲ ਇਹ ਪ੍ਰਤੱਖ ਹੈ। ਔਰ ਜਿਹੜੀਆਂ ਗੱਲਾਂ ਹੋ ਰਹੀਆਂ, ਦੇਖੋ ਤੁਸੀਂ, ਸਾਡਾ ਪੰਜਾਬ ਦਾ ਰੇਰਾ ਦਾ ਚੇਅਰਮੈਨ ਜਿਹੜਾ ਸਤਿਆ ਗੋਪਾਲ, ਉਹ ਦਿੱਲੀ ਕੇਡਰ ਦਾ IAS ਰਿਟਾਇਰਡ ਬੰਦਾ, ਬਿਹਾਰ ਦੇ ਰਹਿਣ ਵਾਲਾ, ਉਹ ਇੱਥੇ ਲਿਆ ਕੇ ਲਾਤਾ। ਇਸੇ ਤਰ੍ਹਾਂ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਨਿਯੁਕਤੀ ਹੋਈ ਆ ਉਹ ਵੀ ਬਾਹਰੋਂ ਲਿਆ ਕੇ ਲਾਤੀ। ਇਸੇ ਤਰ੍ਹਾਂ ਜਿਹੜੇ ਆਪਾਂ ਹੁਣੇ ਤੁਸੀਂ DGP ਸਾਹਿਬ ਦੀ ਗੱਲ ਕੀਤੀ ਸੀ, DGP ਸਾਹਿਬ ਦੀ ਕੁਆਲੀਫਿਕੇਸ਼ਨ ਇਹ ਹੈ ਕਿ ਉਹ ਕੇਜਰੀਵਾਲ ਦੇ ਬੈਚਮੇਟ ਹੈ। ਸੋ ਇਹ ਸਾਰੀਆਂ ਜਿਹੜੀਆਂ ਸਾਡੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਉਹ ਦਿੱਲੀ ਤੋਂ ਲਿਆ ਕੇ ਲਾਤੇ, ਰਾਜੀਵ ਸੂਦ। ਇਹ ਸਾਰੀਆਂ ਗੱਲਾਂ ਕੀ ਦੱਸਦੀਆਂ ਕਿ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਇੱਥੇ ਸਿਰਫ ਡਰਾਮੇ ਚੱਲ ਰਹੇ ਆ। ਤੇ ਜਿਹੜਾ ਇਹ ਭਗਵੰਤ ਸਿੰਘ ਮਾਨ ਹੈ, ਅਖਬਾਰੀ ਤੇ ਇਸ਼ਤਿਹਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ। ਇਹਦੇ ਹੱਥ ਪੱਲੇ ਕੁਝ ਨਹੀਂ, ਸਿਰਫ ਤੇ ਸਿਰਫ ਇਸ ਤਰ੍ਹਾਂ ਦੀਆਂ ਗੱਲਾਂ ਛੇੜ ਕੇ ਸਨਸਨੀਖੇਜ਼ ਖਬਰਾਂ ਬਣਾ ਕੇ ਪਾ ਰਹੇ ਆ ਤੇ ਲੋਕਾਂ ਦਾ। ਤੁਹਾਨੂੰ ਲੱਗਦਾ ਹੈ ਜੋ ਸਿੱਖਾਂਵਾਲਾ ਸਾਹਿਬ, ਜੋ ਜਸਤੇਜ ਸਿੰਘ ਹੋਰਾਂ ਨੇ ਕਿਹਾ ਜਾਂ ਉਹਨਾਂ ਨੇ ਤਰਕ ਦਿੱਤਾ ਹੈ ਕਿ ਧੱਕਾ ਹੋ ਰਿਹਾ, ਆ ਭਾਖੜਾ ਮੈਨੇਜਮੈਂਟ NOC ਨਹੀਂ ਲੈਣ ਦੀ ਲੋੜ, ਪਾਣੀਆਂ ਦਾ ਧੱਕਾ, ਇਹਦਾ ਟਕਰਾਅ ਤਾਂ ਉੱਥੇ ਹੋ ਰਿਹਾ ਜਿਹੜਾ ਤਾਜ਼ਾ ਟਕਰਾਅ ਹੈ। ਹਰਿਆਣਾ ਨੂੰ ਤੁਸੀਂ PU 'ਚ ਹਿੱਸਾ ਦੇ ਦਿਓ, ਇਹ ਤੇ ਤੁਸੀਂ ਕੋਈ ਟਿੱਪਣੀ ਨਹੀਂ ਕੀਤੀ। ਜਿਹੜਾ ਰਾਜਸਥਾਨ ਨੂੰ ਪਾਣੀ ਦੇਦਾ ਚੁੱਪ ਚਪੀਤੇ, ਉੱਥੇ ਧੱਕਾ ਨਹੀਂ ਸੀ। ਕਿਹਨੇ ਦਿੱਤਾ ਹੈ? ਭਗਵੰਤ ਮਾਨ ਨੇ ਦਿੱਤਾ ਹੈ। ਇਹਨਾਂ ਨੇ ਜਿਹੜੀ ਪਾਰਟੀ ਨਾਲ ਸਮਝੌਤਾ ਕੀਤਾ, ਉਹਨਾਂ ਨੇ ਜਾ ਕੇ ਐਲਾਨ ਕੀਤਾ ਰਾਜਸਥਾਨ 'ਚ, ਬਈ ਆ ਅਸੀਂ ਪਾਣੀ ਲੈ ਆਏ ਉੱਥੋਂ ਪੰਜਾਬ ਤੋਂ। ਇਹ ਤਾਂ ਸਿਆਸਤ ਖੇਡ ਰਿਹਾ ਪੰਜਾਬ ਦੇ ਮੁੱਦਿਆਂ ਦੇ ਨਾਲ। ਇਹਦੇ ਪਿੱਛੇ ਵੀ ਕੋਈ ਮਿਲੀ ਭੁਗਤ ਹੋਣੀ ਇਹਨਾਂ ਦੀ। ਤੇ ਜਿਹੜੀ ਆਪਣੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਆਪਾਂ, ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਉਸ ਮੁੱਦੇ ਤੇ ਇਹਨਾਂ ਨੂੰ ਜਾ ਕੇ ਗੱਲ ਕਰਨ ਦੀ ਲੋੜ ਹੀ ਨਹੀਂ ਸੀ। ਪਹਿਲਾਂ ਜਦੋਂ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰ ਚੁੱਕੇ ਸੀ ਭਗਵੰਤ ਸਿੰਘ ਮਾਨ, ਆਪਣਾ ਰੋਸ ਜ਼ਾਹਰ ਕਰ ਚੁੱਕੇ ਸੀ, ਇਸ ਚੀਜ਼ ਦਾ ਵੀ ਬਾਈਕਾਟ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ, ਸਾਡੇ ਨਾਲ ਤੁਸੀਂ ਧੱਕਾ ਕਰਦੇ ਆ। ਤੇ ਪੰਜਾਬ ਯੂਨੀਵਰਸਿਟੀ ਦਾ ਪਹਿਲਾਂ ਤੋਂ ਹੀ ਅਸੀਂ ਦੇ ਰਹੇ ਫੰਡ ਉਹਦੇ, ਉਹਨੂੰ ਲਗਾਤਾਰ ਜਾਰੀ ਰੱਖਣ। ਉੱਥੇ ਤਾਂ ਇਹ ਕੋਈ ਮੁੱਦਾ ਠਾ ਨਹੀਂ ਸਕਦੇ। ਹਰਿਆਣਾ ਨੇ ਤਾਂ ਖੁਦ ਉਹਦੇ ਚੋਂ ਆਪਣੇ ਜਿਹੜੇ ਰਾਈਟਸ ਆ ਵਿਦਡਰਾਅ ਕੀਤੇ ਆ। ਵਿਦਡਰਾਅ ਕਰਨ ਤੋਂ ਬਾਅਦ ਸਾਰੇ ਰਾਈਟਸ ਪੰਜਾਬ ਕੋਲੇ ਆਏ ਆ। ਹੁਣ ਤਾਂ ਧੱਕੇ ਨਾਲ ਵਿੱਚ ਸਿੱਖਾਂਵਾਲਾ ਸਾਹਿਬ ਤੁਹਾਡੇ 2-3 ਮੁੱਦੇ ਤੁਸੀਂ ਰਾਜਸਥਾਨ ਵਾਲਾ, ਹਾਲਾਂਕਿ ਇਹ ਗੱਲ ਕਹੀ ਗਈ ਭਗਵੰਤ ਸਿੰਘ ਮਾਨ ਵੱਲੋਂ ਕਿ ਅਸੀਂ ਪਾਣੀ ਲੈ ਦਿੱਤਾ, ਤੁਸੀਂ ਕਹਿ ਰਹੇ ਹੋ ਚੁੱਪ ਚਪੀਤੇ
ਪਾਰਟੀ ਨਾਲ, ਕਿਉਂਕਿ ਉਧਰ ਇਲੈਕਸ਼ਨ ਲੜਨੀਆਂ ਸਮਝੌਤਾ ਹੋ ਗਿਆ। ਇਹਦਾ ਜਵਾਬ ਲਵਾਂਗੇ ਆਪਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੋਂ। ਲੇਕਿਨ ਬਹੁਤ ਸਾਰੇ ਮਸਲੇ ਜਸਤੇਜ ਸਿੰਘ ਹੋਰਾਂ ਨੇ ਉਠਾਏ ਨੇ ਜਿਹਦਾ ਜਵਾਬ ਦੇਣਾ ਬਣਦਾ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਐਡਵੋਕੇਟ ਲੋਕੇਸ਼ ਨਾਰੰਗ ਸਾਹਿਬ। ਨਾਰੰਗ ਸਾਹਿਬ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਹਾਂ ਹੁਣ ਗੱਲ ਕਰੋ ਜੀ। ਸਰ ਦੇਖੋ, ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਨਾ, ਇਹ ਸਿਰਫ ਔਰ ਸਿਰਫ ਭਗਵੰਤ ਸਿੰਘ ਮਾਨ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦਾ। ਸਰਤੇਜ ਜੀ ਨੇ ਸੁਪਰੀਮ ਕੋਰਟ ਦਾ ਫੈਸਲਾ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਆ। ਉਹਦੇ 'ਚ ਲਿਖਿਆ ਸੀਗਾ ਕਿ ਚੀਫ ਮਿਨਿਸਟਰ ਵੀ ਗਵਰਨਰ ਨੂੰ ਜਵਾਬ ਦੇਗਾ, ਉਹਨੂੰ ਆਪਣੀ ਜਿਹੜੀ ਸੰਵਿਧਾਨਿਕ ਡਿਊਟੀਆਂ ਨੇ ਉਹਦਾ ਪਾਲਨ ਕਰਨਾ ਪਊਗਾ। ਪਰ ਉਹ ਆਪਰੇਟਿਵ ਪਾਰਟ ਜਿਹੜਾ ਵਾ ਨਾ ਸਰਤੇਜ ਜੀ ਨੇ ਪੜ੍ਹਿਆ, ਉਹ ਨਾ ਹੀ ਇੱਥੇ ਦੱਸਣ ਨੂੰ ਤਿਆਰ ਨੇ ਕਿ ਇਹਨਾਂ ਦੇ ਮੁੱਖ ਮੰਤਰੀ ਕਰਕੇ ਹੀ ਆਪਾਂ ਨੂੰ ਉੱਥੇ ਜਾਣਾ ਪਿਆ। ਦਿੱਕਤ ਕਿੱਥੇ ਆ? ਜਿਹੜੀ ਗੱਲ ਧਾਲੀਵਾਲ ਸਾਹਿਬ ਨੇ ਕੀਤੀ ਆ ਕਿ ਪੰਜਾਬ ਦੇ ਪੈਸੇ ਤੋਂ ਨੁਕਸਾਨ ਹੋ ਰਿਹਾ, ਪਰ ਧਾਲੀਵਾਲ ਸਾਹਿਬ ਭਗਵੰਤ ਸਿੰਘ ਮਾਨ ਦੀ ਬੇਵਕੂਫੀ ਕਰਕੇ ਕਿ ਜਿਹਨੂੰ ਕਾਰ ਚਲਾਉਣ ਦਾ ਪਤਾ ਨਾ, ਨਿਭਾਉਣ ਚੱਕੀ ਹੈ ਨਾ, ਉਹਨੂੰ ਉਹਦੇ ਬਾਰੇ ਪਤਾ ਨਾ, ਉਹ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣ ਨੂੰ ਤਿਆਰ ਆ। ਜਿਹੜੇ ਹੁਣ ਦੇ ਮੌਜੂਦਾ ਹਾਲਾਤ ਵੀ ਨੇ ਵਾਲੀਆ ਸਾਹਿਬ, ਉਹਦੇ ਸਭ ਤੋਂ ਵੱਡਾ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਆ। ਕਿਉਂਕਿ ਗਵਰਨਰ ਸਾਹਿਬ ਨੇ ਕੀ ਮੰਗਿਆ ਕਿ ਇਨਫੋਰਮੇਸ਼ਨ ਮੰਗੀ ਆ, ਉਹ ਆਰਟੀਕਲ 167 ਦੇ ਰਾਹੀਂ ਮੁੱਖ ਮੰਤਰੀ ਦੇਣ ਨੂੰ ਪਾਉਂਗਾ। ਜੋ ਇਨਫੋਰਮੇਸ਼ਨ ਦੇ ਦੇ ਨੂੰ ਤਾਂ ਆਪਾਂ ਨੂੰ ਇਹ ਦਿਨ ਦੇਖਣਾ ਹੀ ਨਾ ਪਵੇ। ਇਨਫੋਰਮੇਸ਼ਨ ਦੇ ਦਿਓ, ਉਸ ਤੋਂ ਬਾਅਦ ਜੇ ਕੋਈ ਫਿਰ ਵੀ ਉਹ ਕੋਈ ਗੱਲ ਕਰਦੇ ਨੇ ਫਿਰ ਤੁਸੀਂ ਆ ਕੇ ਗੱਲ ਕਰੋ। ਪਰ ਇੱਥੇ ਸਮੱਸਿਆ ਇਹ ਆ ਕਿ ਜਿਹੜੀ ਗੱਲ ਕੇਜਰੀਵਾਲ ਸਾਹਿਬ ਦਿੱਲੀ 'ਚ ਕਹਿੰਦੇ ਨੇ ਨਾ, ਉਹ ਚੀਜ਼ ਪੰਜਾਬ 'ਚ ਲਾਗੂ ਹੁੰਦੀ ਆ ਕਿ ਇੱਕ ਥੀਏਟਰ ਦੀ ਬੈਕਗ੍ਰਾਉਂਡ ਵਾਲਾ ਬੰਦਾ ਜਿਹਨੂੰ ਸੱਤਾ ਚਲਾਉਣ ਦਾ ਨਹੀਂ ਪਤਾ, ਜਦੋਂ ਉਹ ਸੱਤਾ ਤੇ ਕਾਬਜ਼ ਹੋ ਜਾਏਗਾ ਤਾਂ ਆਪਾਂ ਐਸੀਆਂ ਬਚਕਾਨੀਆਂ ਹਰਕਤਾਂ ਰੋਜ਼ ਦੇਖਦੇ ਰਹਾਂਗੇ। ਕਿਉਂਕਿ ਨਾ ਉਹਨੂੰ ਭਾਸ਼ਾ ਦੀ ਮਰਿਆਦਾ ਦਾ ਪਤਾ ਆ, ਨਾ ਉਹਨੂੰ ਕਿਸੇ ਨੂੰ ਜੀ ਕਹਿ ਕੇ ਬੁਲਾਉਣਾ ਆਉਂਦਾ ਆ। ਐਡਵੋਕੇਟ ਨਾਰੰਗ, ਜਸਟਿਸ ਹੋਰਾਂ ਦਾ ਇਹ ਸਵਾਲ ਕਿ ਪੰਜਾਬ ਦੇ ਪਾਣੀ ਨੂੰ ਐਨਓਸੀ ਦੀ ਵੀ ਲੋੜ ਨਹੀਂ, ਆਪਦੇ ਹੱਕਾਂ ਲਈ ਗੱਲ ਕਰਨਾ, ਇਹ ਤਾਂ ਮੇਰਾ ਖਿਆਲ ਹੈ ਕੋਈ ਮਾੜੀ ਗੱਲ ਨਹੀਂ ਹੁੰਦੀ। ਤੁਸੀਂ ਵੀ ਤਾਂ ਇਹ ਆਪਣੇ ਪੰਜਾਬ ਦੇ ਹੱਕਾਂ ਲਈ ਲੜੋਗੇ। ਪੰਜਾਬ ਦਾ ਪਾਣੀ ਆ ਉਹ ਪੰਜਾਬ ਦਾ ਹੀ ਆ, ਉਹਦੇ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਪਰ ਜਿਹੜੇ ਮਸਲੇ ਤੇ ਅੱਜ ਤੁਸੀਂ ਡਿਬੇਟ ਰੱਖੀ ਹੈ ਕਿ ਜਿਹੜਾ ਰੋਜ਼ ਦਾ ਟਸਲ ਹੋ ਰਹੀ ਆ, ਤੁਸੀਂ ਜਦੋਂ ਸੋਚ ਕੇ ਦੇਖੋ ਧਾਲੀਵਾਲ ਸਾਹਿਬ ਜੋ ਤੁਸੀਂ ਦੁਬਾਰਾ ਟੇਕ ਲਓਗੇ, ਉਹਨਾਂ ਨੂੰ ਪੁੱਛਣਾ ਕਿ ਕਿਆ ਗਵਰਨਰ ਸਾਹਿਬ ਸ਼ੁਰੂਆਤ ਕਰ ਰਹੇ ਨੇ ਕਿ ਕਿਆ ਮਾਨ ਸਾਹਿਬ ਸ਼ੁਰੂਆਤ ਕਰ ਰਹੇ ਨੇ। ਉਹ ਜਿਹੜੀ ਕਿ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿੱਥੇ ਭਾਜਪਾ ਦੀ ਸਰਕਾਰਾਂ ਨਹੀਂ ਨੇ ਉੱਥੇ ਏਦਾਂ ਦਾ ਧੱਕਾ ਹੁੰਦਾ, ਇਹ ਗਲਤ ਆ। ਇਹ ਸਮੱਸਿਆ ਸਿਰਫ 2 ਸਟੇਟਾਂ ਦੇ ਵਿੱਚ ਆ ਵਾਲੀਆ ਸਾਹਿਬ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਥੇ ਹੀ ਇਹ ਸਮੱਸਿਆ ਵਾ। ਕਿਉਂਕਿ ਉਹ ਸੰਵਿਧਾਨ ਮੁਤਾਬਕ ਕੰਮ ਕਰਦਾ, ਉਹ ਜਦੋਂ ਉਹਨੂੰ ਸੰਵਿਧਾਨ ਬਣਾਇਆ ਜਾਂਦਾ ਤਾਂ ਉਸ ਦੀ ਗੱਲ ਨਹੀਂ ਮੰਨਦੇ। ਤੇ ਇਸ ਕਰਕੇ ਇਹ ਪਰਸੈਪਸ਼ਨ ਜਿਹੜੀ ਹੈ ਗਲਤ ਬਣਾਈ ਜਾ ਰਹੀ ਆ। ਇਹਨਾਂ ਨੂੰ ਜੇ ਕੋਈ ਇਤਰਾਜ਼ ਹੁੰਦਾ, ਦੇਖੋ ਸਿੱਖਾਂ ਵਾਲੇ ਸਾਹਿਬ ਨੇ ਆਪਣਾ ਟੇਕ ਦਿੱਤਾ, ਸਿੱਖਾਂ ਵਾਲੇ ਸਾਹਿਬ ਨੇ ਤਾਂ ਕਿਤੇ ਨਹੀਂ ਕਿਹਾ ਕਿ ਸਾਡੀ ਕਾਂਗਰਸ ਦੀ ਸਰਕਾਰ ਨਾਲ ਧੱਕਾ ਹੋ ਰਿਹਾ, ਕਿ ਗਵਰਨਰ ਉੱਥੇ ਧੱਕਾ ਕਰ ਰਿਹਾ। ਪਰ ਜੇ ਇਹਨਾਂ 2 ਸਟੇਟਾਂ ਦੇ ਵਿੱਚ ਹੋ ਰਿਹਾ ਤਾਂ ਉਹਦੇ ਲਈ ਭਗਵੰਤ ਸਿੰਘ ਮਾਨ ਪੰਜਾਬ 'ਚ ਔਰ ਕੇਜਰੀਵਾਲ ਸਾਹਿਬ ਦਿੱਲੀ 'ਚ ਜ਼ਿੰਮੇਵਾਰ ਨੇ। ਐਡਵੋਕੇਟ ਨਾਰੰਗ, ਦੋ ਗੱਲਾਂ ਕਹਿਣੀਆਂ ਪੈ ਰਹੀਆਂ ਨੇ, ਫਿਰ ਮੈਂ ਟਿੱਪਣੀ ਲੈਣੀ ਹੈ ਨਿਰਪੱਖ। ਇੱਕ ਤਾਂ ਜਿਹੜੀ ਤੁਸੀਂ ਕਿਹਾ ਕਿ ਪੰਜਾਬ ਦਾ ਪਾਣੀ, ਉਹ ਜਿਹੜੀ ਕੱਲ ਚਿੱਠੀ ਲਿਖੀ ਹੈ, ਤਾਜ਼ਾ ਚਿੱਠੀ ਜਿਹੜੀ ਹਿਮਾਚਲ ਨੂੰ ਐਨਓਸੀ ਦੇਣ ਵਾਲੀ, ਇੱਕ ਤਾਂ ਉਹਦੀ ਗੱਲ ਸੀ, ਉਹ ਪੰਜਾਬ ਦੇ ਪਾਣੀ ਦਾ ਮਸਲਾ ਉਹ ਹੈ ਜਿਹੜਾ ਅੱਜ ਦਾ ਹੈ, ਜਿਹਦੇ ਕਰਕੇ ਟਕਰਾਅ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਸਿਰਫ ਇਹ 2 ਸਟੇਟ 'ਚ ਹੈ, ਮੇਰਾ ਖਿਆਲ ਹੈ ਜਿਹੜਾ ਧਨਖੜ ਸਾਹਿਬ ਜਦੋਂ ਸੀ ਉੱਥੇ ਬੰਗਾਲ ਦੇ, ਤੇ MK ਸਟਾਲਿਨ ਦਾ ਕੇਰਲਾ ਦੇ ਵਿੱਚ ਔਰ ਮਹਾਰਾਸ਼ਟਰ ਦੇ ਵਿੱਚ, ਉੱਥੇ ਦਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਵੀ ਦੇਖ ਲਈਏ। ਇਉਂ ਨਾ ਕਰੋ, ਆਪਾਂ ਤੱਥਾਂ ਤੇ ਗੱਲ ਕਰਾਂਗੇ, ਲੇਕਿਨ ਪਹਿਲਾਂ ਆਪਾਂ ਗੱਲ ਸੁਣਾਂਗੇ ਜਿਹੜੀ ਵਰਿੰਦਰ ਸ਼ਰਮਾ ਜੀ ਸੀਨੀਅਰ ਪੱਤਰਕਾਰ ਜੀ ਮੈਂ ਉਹਦੇ ਦੁਆਰਾ ਆਊਂਗਾ ਹੁਣ, ਸੀਨੀਅਰ ਪੱਤਰਕਾਰ ਵਰਿੰਦਰ ਸ਼ਰਮਾ ਜੀ। ਵਾਲੀਆ ਸਾਹਿਬ, ਗੱਲ ਹੈ ਕਿ ਮੈਂ ਚਾਰਾਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਸੁਣੀ ਹੈ ਤੇ ਜਿਹੜੇ ਹਾਲਾਤ ਇਸ ਵੇਲੇ ਨੇ ਉਹ ਵੀ ਸਾਡੇ ਸਾਹਮਣੇ ਨੇ। ਗੱਲ ਇਹ ਹੈ ਕਿ 356 ਦਾ ਇਸਤੇਮਾਲ ਬੜੀ ਵਾਰੀ ਇਸ ਦੇਸ਼ ਦੇ ਅੰਦਰ ਹੋਇਆ ਹੈ, ਹਾਲਾਂਕਿ ਲੰਬੇ ਸਮੇਂ ਤੋਂ 356 ਨਹੀਂ ਵਰਤੀ ਗਈ। ਔਰ ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨਾ ਇੱਕ ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਟਕਰਾਵ ਹੁਣ ਦੇਖਣ ਨੂੰ ਮਿਲ ਰਿਹਾ ਨਾ, ਇਹ ਟਕਰਾਵ ਇਸ ਤੋਂ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਰਕਾਰਾਂ ਤੋੜੀਆਂ ਜਾਂਦੀਆਂ ਰਹੀਆਂ ਨੇ 356 ਦੇ ਤਹਿਤ ਗਵਰਨਰ ਦੀ ਰਿਪੋਰਟ ਤੇ,
ਪਰ ਜਿਹੜਾ ਇਸ ਵੇਲੇ ਟਕਰਾਵ ਹੈ ਔਰ ਜਿਹੜਾ ਕਿ ਭਾਸ਼ਾ ਵੀ ਜਿਹਦੇ ਵਿੱਚ ਬੜੀ ਮਾੜੀ ਵਰਤੀ ਜਾਂਦੀ ਹੈ, ਉਹਦੇ ਤੇ ਗੌਰ ਕਰਨ ਦੀ ਬਹੁਤ ਲੋੜ ਹੈ। ਕਿਉਂਕਿ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੋ ਜਾਂਦੀ ਹੈ ਨਾ, ਫਿਰ ਇਹ ਨਹੀਂ ਕਿ ਇਹ ਖਾਲੀ ਦਿੱਲੀ ਜਾਂ ਪੰਜਾਬ ਤੱਕ ਰਹੇਗੀ ਜਾਂ ਬੰਗਾਲ ਦੇ ਵਿੱਚ ਵੀ ਅਸੀਂ ਦੇਖਿਆ, ਤੁਸੀਂ ਮਹਾਰਾਸ਼ਟਰ ਦਾ ਵੀ ਜ਼ਿਕਰ ਕਰ ਦਿੱਤਾ ਹੈ। ਐਸਾ ਨਹੀਂ ਹੈਗਾ ਕਿ ਦੋ ਸੂਬਿਆਂ 'ਚ ਟਕਰਾਵ ਹੈ, ਬਹੁਤੇ ਉਹ ਸੂਬੇ ਜਿੱਥੇ ਗੈਰ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਗਵਰਨਰ ਦਾ ਤੇ ਮੁੱਖ ਮੰਤਰੀ ਦਾ ਟਕਰਾਵ ਦੇਖਣ ਨੂੰ ਮਿਲ ਰਿਹਾ ਹੈ, ਕਿਤੇ ਥੋੜਾ ਹੈ ਕਿਤੇ ਜ਼ਿਆਦਾ ਹੈ। ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਔਰ ਹੁਣ ਪੰਜਾਬ ਦੇ ਵਿੱਚ ਸ਼ਾਇਦ ਦਿੱਲੀ ਤੋਂ ਵੀ ਜ਼ਿਆਦਾ ਵੱਧ ਗਿਆ। ਇਹਨਾਂ ਸ਼ਬਦਾਂ ਦਾ ਜਿੰਨੇ ਟਕਰਾਵ ਪੰਜਾਬ 'ਚ ਹੋ ਰਿਹਾ ਹੈ, ਇਹਨਾਂ ਸ਼ਾਇਦ ਦਿੱਲੀ 'ਚ ਨਹੀਂ, ਦਿੱਲੀ 'ਚ ਕਾਨੂੰਨ ਨਾਲ ਲੜਿਆ ਜਾ ਰਿਹਾ ਹੈ। ਔਰ ਉਹਦੇ 'ਚ ਵੀ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ, ਉਹਦੇ ਬਾਅਦ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਲਿਆ ਕੇ ਉਸ ਫੈਸਲੇ ਦੇ ਖਿਲਾਫ ਵੀ ਕੰਮ ਕੀਤਾ ਹੈ ਔਰ ਦੁਬਾਰਾ ਸਰਕਾਰ ਜਿਹੜੀ ਹੈ ਦਿੱਲੀ ਦੀ ਉਹ ਸੁਪਰੀਮ ਕੋਰਟ 'ਚ ਗਈ ਹੋਈ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹ ਭਵਿੱਖ ਲਈ ਬਹੁਤ ਮਾੜੀਆਂ ਨੇ। ਔਰ ਦੂਜੀ ਗੱਲ ਇਹ ਹੈ ਕਿ ਜੇ ਅੰਮ੍ਰਿਤਪਾਲ ਦੇ ਮਾਮਲੇ 'ਚ ਭਗਵੰਤ ਮਾਨ ਦਿੱਲੀ ਜਾ ਕੇ ਹੋਮ ਮਿਨਿਸਟਰ ਨਾਲ ਮੀਟਿੰਗ ਕਰਕੇ ਉੱਥੋਂ ਫੋਰਸ ਲਿਆ ਸਕਦੇ ਨੇ ਔਰ ਉਹਨੂੰ ਅਸਾਮ 'ਚ ਭੇਜਿਆ ਜਾ ਸਕਦਾ ਹੈ, ਤੇ ਫਿਰ ਪੰਜਾਬ ਦੇ ਇਹਨਾਂ ਮਸਲਿਆਂ ਬਾਰੇ ਵੀ ਦਿੱਲੀ 'ਚ ਬੈਠ ਕੇ ਹੋਮ ਮਿਨਿਸਟਰ ਸਾਹਿਬ ਨਾਲ, ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਜਾ ਸਕਦੀ ਹੈ। ਇਹ ਬਿਲਕੁਲ ਠੀਕ ਹੈ ਕਿ ਰੁਪਈਆ ਚਾਹੇ ਉਹ ਕੋਈ ਖਰਚੇ, ਗਵਰਨਰ ਖਰਚੇ ਜਾਂ ਸੀਐਮ ਖਰਚੇ, ਪੰਜਾਬ ਦੇ ਲੋਕਾਂ ਦਾ ਖਰਚਾ ਹੈ, ਟੈਕਸ ਪੇਅਰ ਜਿਹੜੇ ਨੇ ਉਹਨਾਂ ਦਾ ਰੁਪਈਆ ਸਾਰਾ, ਔਰ ਸੁਪਰੀਮ ਕੋਰਟ ਦੇ ਵੱਡੇ ਵਕੀਲਾਂ ਦੀਆਂ ਥੋੜੀਆਂ ਫੀਸਾਂ ਨਹੀਂ ਹੈਗੀਆਂ, ਸਾਰਿਆਂ ਨੂੰ ਪਤਾ ਹੈ। ਸੋ ਇਹਦੇ ਵਾਸਤੇ ਬੜੀ ਲੋੜ ਹੈ ਇਸ ਵੇਲੇ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਹੱਕ ਵਿੱਚ ਗੱਲ ਕਰਨ। ਪਾਰਟੀ ਦੇ ਹੱਕ 'ਚ ਜੇ ਗੱਲ ਕਰਦੇ ਰਹਿਣਗੇ, ਕਿਉਂਕਿ ਦੇਖੋ ਜਿਹੜਾ ਦਿੱਲੀ 'ਚ ਮਸਲਾ ਖੜਾ ਹੋਇਆ ਨਾ ਇਸ ਵੇਲੇ, ਉਹ ਮਸਲਾ ਤੁਸੀਂ ਦੇਖੋਗੇ ਉੱਥੇ ਸਰਕਾਰ ਬੀਜੇਪੀ ਦੀ ਵੀ ਰਹੀ ਹੈ, ਕਾਂਗਰਸ ਦੀ ਵੀ ਰਹੀ ਹੈ। ਉਦੋਂ ਜੇ ਲੈਫਟੀਨੈਂਟ ਗਵਰਨਰ ਨਾਲ ਟਕਰਾਵ ਨਹੀਂ ਰਿਹਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਟਕਰਾਵ ਇੰਨਾ ਕਿਉਂ ਵਧਿਆ ਹੋਇਆ? ਔਰ ਦੇਖਣਾ ਪਏਗਾ, ਸੰਵਿਧਾਨ 'ਚ ਤਾਂ ਕੋਈ ਚੇਂਜ ਨਹੀਂ ਆਈ, ਉਹੀ ਹੈ। ਆਰਡੀਨੈਂਸ ਲਿਆ ਕੇ ਜੇ ਕੋਈ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਤੇ ਗੱਲ ਜ਼ਰੂਰ ਹੈ ਉਹ ਵਧੇਗੀ। ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਫਿਰ ਆਰਡੀਨੈਂਸ ਲੈ ਕੇ ਆਣਾ, ਔਰ ਮੈਂ ਸਮਝਦਾ ਕਿ ਕਾਂਗਰਸ ਜਿਹੜੀ ਹੈ ਉਹ ਇਸ ਵੇਲੇ ਜਿਹੜੀ ਗੱਲ ਤੇ ਟਿੱਪਣੀ ਤੁਹਾਡੀ ਜਿਹੜੀ ਅੱਜ ਗੱਲ ਦੋ ਗੱਲਾਂ 'ਚ ਹੋਈਆਂ, ਦੂਜੀ ਗੱਲ ਜਿਹੜੀ ਪੀਯੂ ਦੀ ਹੈ, ਉੱਥੇ ਵੀ ਗਵਰਨਰ ਸਾਹਿਬ ਤਾਂ ਮੈਂ ਵੀ ਸੁਣਿਆ, ਤੁਸੀਂ ਵੀ ਸੁਣਿਆ, ਆਪਾਂ ਸੁਣਿਆ ਕਿ ਕਹਿ ਰਹੇ ਨੇ ਕਿ ਹਰਿਆਣਾ ਨੂੰ ਹਿੱਸਾ ਦੇ ਦਿਓ ਤੇ ਉਹਨਾਂ ਤੋਂ ਪੈਸਾ ਲੈ ਲਓ ਤੇ 50 ਰੁਪਏ ਅਸੀਂ ਨਹੀਂ ਦੇਣਾ। ਤੇ ਇਹ ਗੱਲ ਤਾਂ ਆਮ ਆਦਮੀ ਪਾਰਟੀ ਦੀ ਠੀਕ ਲੱਗਦੀ ਹੈ ਤੁਹਾਨੂੰ ਕਿ ਜੀ ਉਹ ਘੱਟੋ ਘੱਟ ਗਵਰਨਰ ਦੇ ਕੋਈ ਕਹਿਣ ਵਾਲਾ ਜ਼ਿਆਦਾ ਸਾਡੇ ਹੱਕ 'ਚ ਗੱਲ ਕਰੋ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ ਹੈ, ਜੇ ਤੁਹਾਡੀ ਸਰਕਾਰ ਜੇ ਗਵਰਨਰ ਜੇ ਦੇਖੋ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਜਦੋਂ ਵਿਧਾਨ ਸਭਾ 'ਚ ਵੀ ਗਵਰਨਰ ਸਾਹਿਬ ਆਪਣਾ ਭਾਸ਼ਣ ਵੀ ਦਿੰਦੇ ਨੇ, ਉਹ ਬੋਲਦੇ ਨੇ ਮੇਰੀ ਸਰਕਾਰ। ਇਹ ਸਰਕਾਰ ਜੇ ਗਵਰਨਰ ਦੀ ਹੈ ਤੇ ਸਰਕਾਰ ਗਵਰਨਰ ਪੰਜਾਬ ਦਾ, ਉਹਨੂੰ ਸਭ ਤੋਂ ਪਹਿਲੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਬਾਕੀ ਗੱਲ ਕਰਨੀ ਚਾਹੀਦੀ ਹੈ। ਜੇ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਗੱਲ ਨਾ ਕਰਕੇ ਹੋਰ ਕੋਈ ਗੱਲ ਕਰਦਾ ਹੈ ਤੇ ਫਿਰ ਉਹ ਕਹੇ ਕਿ ਸਰਕਾਰ ਮੇਰੀ ਹੈ। ਗੱਲ ਇਹ ਕਿ ਸਰਕਾਰ ਗਵਰਨਰ ਦੀ ਜ਼ਰੂਰ ਹੈ, ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜੇ ਉਹ ਗੱਲ ਨਹੀਂ ਕਰੇ ਤੇ ਉਹ ਲੋਕਾਂ ਨੂੰ ਨਜ਼ਰ ਆਏਗਾ। ਪਰ ਇੱਕ ਚੀਜ਼ ਜ਼ਰੂਰ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਮਾੜੀ ਭਾਸ਼ਾ ਦਾ ਜਿਹੜਾ ਹੁਣ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਨਾ, ਉਹ ਬਹੁਤ ਮਾੜਾ ਹੈ, ਚਾਹੇ ਉਹ ਕਿਸੇ ਪਾਸੋਂ ਹੁੰਦਾ ਹੋਵੇ। ਹਾਲਾਂਕਿ ਬੀਜੇਪੀ ਦੇ ਪ੍ਰਵਕਤਾ ਲੋਕੇਸ਼ ਸਾਹਿਬ ਨੇ ਕਿਹਾ ਕਿ ਇੱਕ ਸਟੇਜ ਦੇ ਆਰਟਿਸਟ ਨੂੰ ਨਹੀਂ ਹੋਣਾ ਚਾਹੀਦਾ। ਮੈਂ ਇਹ ਗੱਲ ਨਹੀਂ ਮੰਨਦਾ। ਆਰਟਿਸਟ ਜਿਹੜੇ ਨੇ ਐਮਜੀ ਰਾਮਚੰਦਰਨ, ਜੈ ਲਲਿਤਾ, ਕਰੁਣਾਨਿਧੀ, ਸੁਨੀਲ ਦੱਤ, ਬਹੁਤ ਵਧੀਆ ਸਿਆਸਤਦਾਨ ਹੋਏ ਨੇ, ਵਧੀਆ ਚੀਫ ਮਿਨਿਸਟਰ ਹੋਏ ਨੇ। ਇਹ ਕਿਸੇ ਇੱਕ ਖਿੱਤੇ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਪਰ ਇਸ ਵੇਲੇ ਜਿਹੜੀ ਭਾਸ਼ਾ ਮਾੜੀ ਇਸਤੇਮਾਲ ਕੀਤੀ ਜਾ ਰਹੀ ਹੈ ਨਾ, ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਇਹ ਇੱਕ ਜ਼ਰੂਰ ਇੱਕ ਪੈਮਾਨਾ ਬਣਨਾ ਚਾਹੀਦਾ ਕਿ ਮਾੜਾ ਬੋਲਣਾ ਹੈ ਤੇ ਇੱਥੇ ਤੱਕ ਬੋਲੋ, ਉਸ ਤੋਂ ਅੱਗੇ। ਵਰਿੰਦਰ ਸ਼ਰਮਾ ਜੀ ਤੁਸੀਂ ਮੇਰਾ ਕੰਮ ਕਰਤਾ। ਮੈਂ ਨਾਰੰਗ ਸਾਹਿਬ ਨੂੰ ਕਹਿਣਾ ਹੀ ਸੀ, ਆਫ ਦੀ ਰਿਕਾਰਡ ਕਹਿਣਾ ਸੀ, ਤੁਸੀਂ ਔਨ ਦੀ ਰਿਕਾਰਡ ਗੱਲ ਕਰ ਲਈ। ਮੈਂ ਇਹ ਕਹਿਣਾ ਹੈ ਕਿ ਸਾਰੇ ਪੈਨਲਿਸਟਾਂ ਨੂੰ ਆਪਣੀ ਗੱਲ ਕਰੋ, ਜੋ ਗੱਲ ਕਰਨੀ ਹੈ ਤਿੱਖੀ ਤੋਂ ਤਿੱਖੀ ਕਰੋ, ਲੇਕਿਨ ਸ਼ਬਦਾਂ ਦੀ ਮਰਿਆਦਾ ਜ਼ਰੂਰ ਰੱਖੋ। ਵਿਸ਼ੇਸ਼ ਤੌਰ ਤੇ ਨਾਰੰਗ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਸ਼ਬਦਾਂ ਦੇ ਬਾਬਤ ਤੁਹਾਨੂੰ ਨਹੀਂ ਮਾਨ ਸਾਹਿਬ ਦੀ ਆਲੋਚਨਾ ਕਰਨੀ ਹੈ, ਨਹੀਂ ਚੰਗੇ ਲੱਗਦੇ ਤਾਂ ਉਹਨਾਂ ਦੀ ਸ਼ਬਦਾਂ ਦੇ ਵਿੱਚ ਸਹੀ ਮਰਿਆਦਾ ਰੱਖਦੇ ਹੋਏ ਆਲੋਚਨਾ ਕਰਨ ਦਾ ਸਭ ਨੂੰ ਹੱਕ ਹੈ। ਖੈਰ ਅਸੀਂ ਇਹ ਚਰਚਾ ਜਾਰੀ ਰੱਖਣੀ ਹੈ, ਲੇਕਿਨ ਇੱਕ ਬ੍ਰੇਕ ਤੋਂ ਬਾਅਦ। ਹੁਣ ਲੈਣੇ ਇੱਕ ਬ੍ਰੇਕ। चर्चा
चर्चा ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਜਸਤੇਜ ਸਿੰਘ ਜੀ, ਆਮ ਆਦਮੀ ਪਾਰਟੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਜਦੋਂ ਲੋਕੇਸ਼ ਨਾਰੰਗ ਸਾਹਿਬ ਕੁਝ ਕਹਿ ਰਹੇ ਸੀ, ਕੀ ਕਹਿਣਾ ਚਾਹੁੰਦੇ ਸੀ? ਸਿਰਫ ਵਕਤ ਦਾ ਖਿਆਲ ਰੱਖਣਾ, ਸਭ ਨੂੰ ਵੰਡਵਾ ਵਕਤ ਹੈ, ਜੋ ਮਰਜ਼ੀ ਗੱਲ ਆਪਣਾ ਤਰਕ, ਆਪਣੀ ਦਲੀਲ ਰੱਖ ਸਕਦੇ ਹੋ। ਨਹੀਂ ਦੇਖੋ, ਐਕਚੁਅਲੀ ਜਿਹੜਾ ਮੁੱਦਾ ਹੈ ਉਸ ਮੁੱਦੇ ਦੇ ਉੱਪਰ ਤਾਂ ਨਾ ਕਾਂਗਰਸ ਬੋਲੀ ਤੇ ਨਾ ਭਾਜਪਾ ਬੋਲੀ। ਜੋ ਮੈਂ ਪਹਿਲਾਂ ਹੀ ਕਿਹਾ ਵੀ ਇੱਕ ਮੰਦਭਾਗੀ ਸਥਿਤੀ ਇਸ ਵੇਲੇ ਪੰਜਾਬ ਦੀ ਹੈਗੀ ਹੈ, ਇਹ ਇੱਕ ਤਰਾਸਦੀ ਹੈਗੀ ਹੈ ਕਿ ਪੰਜਾਬ ਦਾ ਪੱਖ ਪੂਰਨ ਵਾਲੇ ਉਹ ਅੱਜ ਮਤਲਬ ਪੰਜਾਬ ਦੇ ਅਗੇਂਸਟ ਬੋਲ ਰਹੇ ਆ। ਐਂਡ ਸਪੈਸ਼ਲੀ ਚਲੋ ਸ਼ਬਦਾਵਲੀ ਵਾਲੀ ਤੁਸੀਂ ਗੱਲ ਕਰਤੀ, ਦੇਖੋ ਇਹ ਕਹਿੰਦੇ ਕਿ ਵੀ ਆਰਟਿਸਟ ਹੈ, ਬੇਵਕੂਫ ਹੈ। ਜੇ ਅਸੀਂ ਦੇਖੀਏ ਕਿ ਵੀ ਪ੍ਰਧਾਨ ਮੰਤਰੀ ਮੋਦੀ ਬੜੇ ਆਰਾਮ ਨਾਲ ਬੜੇ ਕਨਵੀਨੀਐਂਟਲੀ ਆਸਟ੍ਰੇਲੀਆ ਚਲੇ ਗਏ ਤੇ ਇਹਨਾਂ ਨੂੰ ਪੁੱਛਣਾ ਸੀਗਾ ਵੀ ਕਾਹਦੇ ਵਾਸਤੇ ਗਏ ਸੀਗੇ ਉੱਥੇ। ਕੁਆਡ ਦੀ ਮੀਟਿੰਗ ਜਿਹੜੀ ਸੀਗੀ, ਕੁਆਡ ਮੀਟਿੰਗ ਵਾਸਤੇ ਪਹਿਲਾਂ ਜਿਹੜਾ ਸੀਗਾ ਸਕੇਡਿਊਲ ਫਿਕਸ ਸੀਗਾ, ਕੁਆਡ ਦੀ ਮੀਟਿੰਗ ਬਾਕੀ ਦੇਸ਼ਾਂ ਨੇ ਕੈਨਸਲ ਕਰਤੀ ਤੇ ਉੱਥੇ ਕਿਉਂ ਚਲੇ ਗਏ? ਬੇਵਕੂਫੀ ਉਹਨੂੰ ਕਵਾਂਗੇ, ਸਮਝਦਾਰੀ ਕਵਾਂਗੇ? ਫਿਰ ਉੱਥੇ ਸਟੇਡੀਅਮ ਭਰਨ ਵਾਸਤੇ ਇੱਥੋਂ ਦੀ ਬੰਦੇ ਹਵਾਈ ਜਹਾਜ਼ 'ਚ ਗਏ, 2 ਤੋਂ ਲੈ ਕੇ 3000 ਬੰਦੇ ਸਰਕਾਰੀ ਖਰਚੇ ਤੇ ਗਏ। ਬੇਵਕੂਫੀ ਉਹਨੂੰ ਕਵਾਂਗੇ? ਬੇਵਕੂਫੀ ਇਹਨੂੰ ਕਵਾਂਗੇ? 10 ਲੱਖ ਦੇ ਸੂਟ ਪਾਉਂਦੇ ਆ, ਇੰਨੇ ਮਹਿੰਗੇ ਮਹਿੰਗੇ ਚਸ਼ਮੇ ਪਾਉਂਦੇ ਆ, ਬੇਵਕੂਫੀ ਉਹ ਹੈ ਜਾਂ ਬੇਵਕੂਫੀ ਇਹ ਹੈ? ਮਸ਼ਰੂਮ ਖਾਣਾ, ਇਹ ਕਰਨਾ, ਇਹੋ ਜਿਹੇ ਤਾਂ ਕੰਮ ਕਰਦੇ ਆ। ਸਰਕਾਰ ਕਿੱਥੋਂ ਚੱਲਣੀ ਹੈ? ਜੀਡੀਪੀ ਦਾ ਇਹਨਾਂ ਨੇ ਕੈਲਕੂਲੇਸ਼ਨ ਚੇਂਜ ਕਰਕੇ ਆਪਣੇ ਵੱਲੋਂ ਉਹਦੀ ਫਿਗਰ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਜੀਡੀਪੀ ਫਿਰ ਥੱਲੇ ਜਾ ਰਹੀ ਹੈ। ਕ੍ਰਾਈਮ ਅਗੇਂਸਟ ਵੂਮਨ 'ਚ ਅਸੀਂ ਸਭ ਤੋਂ ਅੱਗੇ ਆ। ਗਲੋਬਲ ਹੰਗਰ ਇੰਡੈਕਸ ਦਾ ਦੇਖ ਲਓ, 97 ਰੈਂਕ ਸੀਗਾ, ਅੱਜ 107 ਆ ਗਿਆ। ਜਿੱਥੇ 4 ਬੱਚੇ ਭੁੱਖੇ ਸੌਂਦੇ ਸੀਗੇ, ਅੱਜ ਉੱਥੇ 8 ਬੱਚੇ ਭੁੱਖੇ ਸੋ ਰਹੇ ਆ। ਇਹ ਗਲੋਬਲ ਹੰਗਰ। ਤੁਸੀਂ ਵੀ ਮੁੱਦੇ ਤੇ ਆ ਜਾਓ, ਤੁਸੀਂ ਮੁੱਦੇ ਤੇ ਆਓ। ਹੁਣ ਇਹ ਗੱਲ ਬਹੁਤ ਹੁਣ ਅਸੀਂ ਗੱਲ ਕਰਦੇ ਹਾਂ ਜਿਵੇਂ ਇੱਥੇ ਬੜੇ ਆਰਾਮ ਨਾਲ ਮਾਈ ਗਵਰਨਮੈਂਟ ਦੇ ਉੱਪਰ ਗੱਲ ਹੋਈ ਸੀਗੀ। ਮੈਨੂੰ ਇੱਕ ਗੱਲ ਦੱਸੋ, ਗਵਰਨਰ ਸਾਹਿਬ ਨੇ ਉੱਥੇ ਆਪਣੀ ਸਪੀਚ ਦੇ ਵਿੱਚ ਪ੍ਰੈਸ ਕਾਨਫਰੰਸ 1 ਘੰਟਾ ਜਿਹੜੀ ਕੀਤੀ, ਉਹਦੇ 'ਚ ਇੱਕ ਵਾਰੀ ਬੜੇ ਆਰਾਮ ਨਾਲ ਕਿਹਾ ਕਿ ਵੀ ਮੈਨੂੰ ਤਾਂ ਆਪਣੀ 5 ਸਾਲ ਦੀ ਉਮਰ 'ਚ ਵੀ ਜੋ ਮੈਂ ਕੀਤਾ ਮੈਨੂੰ ਅਜੇ ਤੱਕ ਯਾਦ ਹੈ। ਉਸ ਤੋਂ ਬਾਅਦ ਕਹਿੰਦੇ ਜੀ ਮੈਂ ਤਾਂ ਉੱਥੇ ਮਾਈ ਗਵਰਨਮੈਂਟ ਕਹਿ ਕੇ ਬੋਲਿਆ ਸੀ, ਮੈਂ ਤਾਂ ਮਾਈ ਗਵਰਨਮੈਂਟ ਵਰਡ ਉੱਥੇ ਵਰਤਿਆ, ਕੱਲਾ ਗਵਰਨਮੈਂਟ ਵਰਤਿਆ ਨਹੀਂ। ਤੇ ਪਰਸੋਂ ਚੌਥ ਉਹ ਵੀਡੀਓ ਸਾਹਮਣੇ ਆ ਗਈ 8 ਮਿੰਟ ਦੀ, ਜਿਹਦੇ 'ਚ ਗਵਰਨਰ ਸਾਹਿਬ ਸ਼ੁਰੂ ਕਰਦੇ ਆ ਮਾਈ ਗਵਰਨਮੈਂਟ ਤੋਂ, ਫਿਰ ਉੱਥੇ ਕਾਂਗਰਸ ਦੇ ਬਾਜਵਾ ਸਾਹਿਬ ਖੜੇ ਹੋ ਕੇ ਕਹਿੰਦੇ ਮਾਈ ਗਵਰਨਮੈਂਟ ਨਹੀਂ ਕਹਿਣਾ। ਇਹ ਤਾਂ ਕਾਂਗਰਸ ਹੈ ਜਿਹੜੀ ਪੰਜਾਬ ਪੱਖੀ, ਤੁਸੀਂ ਇਹਨਾਂ ਤੋਂ ਕੀ ਉਮੀਦ ਕਰਦੇ ਹੋ? ਇਹ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਕਰ ਸਕਦੇ ਆ? ਜਿਹੜੇ ਗਵਰਨਰ ਨੂੰ ਉੱਥੇ 7 ਮਿੰਟ ਬਹਿਸ ਕਰਕੇ 8ਵੇਂ ਮਿੰਟ 'ਚ ਗਵਰਨਰ ਨੂੰ ਮਨਾਇਆ, ਫਿਰ ਗਵਰਨਰ ਸਾਹਿਬ ਨੇ ਕਿਹਾ ਮਾਈ ਗਵਰਨਮੈਂਟ ਮੈਂ ਨਹੀਂ ਵਰਤੂੰਗਾ, ਮੈਂ ਸਿਰਫ ਗਵਰਨਮੈਂਟ ਸ਼ਬਦ ਵਰਤੂੰਗਾ। ਆਰਡੀਐਫ ਦਾ ਪੈਸਾ ਸਾਡਾ ਰੁਕਿਆ ਹੋਇਆ ਹੈ, ਜਿਹੜਾ ਉਸ ਵੇਲੇ ਅਕਾਲੀ ਤੇ ਭਾਜਪਾ ਦੇ ਟਾਈਮ ਦਾ ਸੰਗਤ ਦਰਸ਼ਨ ਤੇ ਪੈਸਾ ਖਰਚਾ ਗਿਆ, ਉਹ ਉਸ ਕਰਕੇ ਆਰਡੀਐਫ ਦਾ ਪੈਸਾ ਸਾਡਾ ਰੁਕ ਗਿਆ। ਕਿਆ ਪੰਜਾਬ ਬੀਜੇਪੀ ਦਾ, ਪੰਜਾਬ ਕਾਂਗਰਸ ਦਾ, ਅਕਾਲੀ ਦਲ ਦਾ ਕਿਸੇ ਦਾ ਵੀ ਕੋਈ ਇੱਕ ਵੀ ਇਮੋਸ਼ਨਲ ਅਟੈਚਮੈਂਟ ਜਾਂ ਸਾਈਕੋਲੋਜੀਕਲ ਅਟੈਚਮੈਂਟ ਨਹੀਂ ਹੈਗਾ ਪੰਜਾਬੀਆਂ ਦੇ ਨਾਲ ਕਿ ਮੁੱਦਾ ਚੱਕਣ ਕਿਉਂ ਨਹੀਂ ਆਰਡੀਐਫ ਦੇ ਪੈਸੇ ਦੇ ਰਹੇ? ਆਰਡੀਐਫ ਹੁੰਦਾ ਕੀ ਹੈ? ਰੂਰਲ ਡਿਵੈਲਪਮੈਂਟ ਫੰਡ। ਉਹ ਕਿਸ ਪਾਲਿਸੀ ਦੇ ਤਹਿਤ ਹੁੰਦਾ? ਪ੍ਰੋਕਿਉਰਮੈਂਟ ਸੀਜ਼ਨ ਤੋਂ ਪਹਿਲਾਂ ਇਹ ਐਫਸੀਆਈਜ਼ ਤੇ ਸੈਂਟਰਲ ਏਜੰਸੀਜ਼ ਤੇ ਪੰਜਾਬ ਦੇ ਵਿੱਚ ਇੱਕ ਇੰਟੈਂਸ਼ਨ ਕ੍ਰੀਏਟ ਹੁੰਦੀ ਹੈ ਕਿ ਹਾਂਜੀ ਆਰਡੀਐਫ ਇੰਨਾ % ਅਸੀਂ ਦਵਾਂਗੇ, ਪ੍ਰੋਕਿਉਰਮੈਂਟ ਪੂਰੀ ਕਰੋ। ਹੁਣ ਪ੍ਰੋਕਿਉਰਮੈਂਟ ਪੂਰੀ ਹੋ ਗਈ, ਉਸ ਤੋਂ ਬਾਅਦ ਜਿਹੜਾ ਅਨਾਜ ਪੰਜਾਬ ਤੋਂ ਪੂਰੇ ਦੇਸ਼ 'ਚ ਮੋਦੀ ਜੀ ਦੀ ਠੱਪਾ ਲੱਗ ਕੇ, ਫੋਟੋ ਲੱਗ ਕੇ ਪਹੁੰਚ ਗਿਆ, ਉਸ ਤੋਂ ਬਾਅਦ ਕਹਿੰਦੇ ਅਸੀਂ ਤਾਂ ਆਰਡੀਐਫ ਦੇਣਾ ਨਹੀਂ ਕਿਉਂਕਿ ਪਿਛਲੀ ਸਰਕਾਰਾਂ ਨੇ ਘਪਲੇ ਕੀਤੇ ਆ। ਕਦੇ ਦੇਖਿਆ ਪੰਜਾਬ ਨੂੰ, ਆਪਣਾ ਕਾਂਗਰਸ ਨੂੰ ਜਾਂ ਬੀਜੇਪੀ ਨੂੰ ਕਦੇ ਪੰਜਾਬ ਦੇ ਹੱਕ ਦੇ ਵਿੱਚ ਬੋਲੇ? ਅੱਜ ਪਾਣੀ ਜਾ ਰਿਹਾ ਹੈ ਤਾਂ ਵੀ ਸਿਆਸਤ ਚੱਲ ਰਹੀ ਹੈ, ਤਾਂ ਵੀ ਅੱਜ ਇੱਥੇ ਸਿੱਖਾਂ ਵਾਲੀ ਸਾਹਿਬ ਕਹਿ ਰਹੇ ਕਿ ਨਹੀਂ ਜੀ ਉਹ ਪਾਣੀ ਇੱਥੇ ਭੇਜਤਾ, ਰਾਜਸਥਾਨ ਭੇਜਤਾ। ਐਗਰੀਮੈਂਟ ਪੁਰਾਣੇ ਹੋਏ ਹੈ ਤੇ ਤੁਸੀਂ ਇਹ ਕਹਿੰਦੇ ਵੀ ਪਾਣੀ ਕਿਉਂ ਭੇਜਤਾ? ਹੁਣ ਅਸੀਂ ਜਿਹੜਾ ਇਸ ਵੇਲੇ ਸਾਡੇ ਨਾਲ ਸਾਡੇ ਹੱਕ ਦਾ ਘਾਣ ਹੋਣ ਜਾ ਰਿਹਾ ਹੈ, ਅਸੀਂ ਉਹਦੇ ਵਾਸਤੇ ਆਵਾਜ਼ ਚੱਕ ਰਹੇ ਹਾਂ, ਤਾਂ ਵੀ ਗਲਤ ਲੱਗਦਾ ਹੈ। ਠੀਕ ਹੈ ਜਸਤੇਜ ਜੀ, ਥੋੜਾ ਕਾਫੀ ਟਾਈਮ ਬਲਕਿ ਤੁਸੀਂ 1-2 ਮਿੰਟ ਵੱਧ ਲੈ ਗਏ। ਐਡਵੋਕੇਟ ਨਾਰੰਗ ਸਾਹਿਬ, ਮੇਰਾ ਖਿਆਲ ਨਾਰੰਗ ਸਾਹਿਬ ਦਾ ਕਨੈਕਸ਼ਨ ਸ਼ਾਇਦ ਟੁੱਟ ਗਿਆ ਸਾਡੇ ਨਾਲੋਂ। ਹਾਂਜੀ ਸੀਖਾ ਵਾਲਾ ਸਾਹਿਬ। ਦੇਖੋ ਜੀ, ਜਿਹੜੀ ਜਸਤੇਜ ਸਿੰਘ ਹੋਰਾਂ ਨੇ ਗੱਲਾਂ ਕੀਤੀਆਂ ਕਿ ਪੰਜਾਬ ਦੀ ਗੱਲ ਨਹੀਂ ਕਰ ਰਹੇ, ਸਾਡੀ ਗੱਲ ਇਹ ਹੈ ਕਿ ਦੇਖੋ ਸਿੰਪਲ ਗੱਲਾਂ ਸੀਗੀਆਂ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਹੜਾ ਮੁੱਖ ਮੰਤਰੀ ਵੀ ਜਵਾਬਦੇਹ ਹੈ ਗਵਰਨਰ ਸਾਹਿਬ ਨੂੰ, ਤੇ ਜਿਹੜੀਆਂ ਗੱਲਾਂ ਪੁੱਛਦੇ ਹੋ ਜਾਣਕਾਰੀ ਦੇ ਦਿਓ, ਮੁੱਦਾ ਖਤਮ। ਤੇ ਫਿਰ ਪੰਜਾਬ ਦੇ ਲੋਕਾਂ ਦੀ ਗੱਲ ਕਰੋ। ਜੇ ਪੰਜਾਬ ਦੇ ਲੋਕਾਂ ਦੀ ਗੱਲ ਅਸੀਂ ਕਰਾਂਗੇ ਜਾ ਕੇ ਇਕੱਠੇ ਹੋ ਕੇ, ਅਸੀਂ ਇਹਨਾਂ ਨੂੰ ਆਫਰ ਦਿੱਤੀ ਹੈ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ, ਕਿ ਜੇਕਰ ਸੈਂਟਰ ਤੁਹਾਡੀ ਗੱਲ ਨਹੀਂ ਮੰਨਦਾ ਤੇ ਸਾਡੀ ਕਿਤੇ ਲੋੜ ਪੈਂਦੀ ਅਸੀਂ ਨਾਲ ਜਾਣ ਨੂੰ ਤਿਆਰ ਹਾਂ। ਅਸੀਂ ਹਰੇਕ ਗੱਲ ਤੇ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਤੁਹਾਡੇ ਨਾਲ ਖੜਨ ਨੂੰ ਤਿਆਰ ਹਾਂ। ਪਰ ਇਹਨਾਂ ਨੇ ਚੁੱਪ ਚਪੀਤੇ ਪਾਣੀ ਦਿੱਲੀ ਨੂੰ ਵੀ ਵਧਾਤਾ, ਦਿੱਲੀ ਨੂੰ ਬਿਜਲੀ ਦਾ ਵੀ ਵਧਾਤਾ, ਔਰ ਜਿਹੜੀ ਚੁੱਪ ਚਪੀਤੇ ਸਾਰੇ ਕੰਮ ਅੰਦਰ ਖਾਤੇ ਕਰ ਰਹੇ ਆ, ਉਹਦੇ ਚ ਲੋਕਾਂ ਨੂੰ ਤਾਂ ਜੋ ਪਤਾ ਹੀ ਬਾਅਦ ਚ ਲੱਗਦਾ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਇਹ ਸਾਰੀਆਂ ਨਿਯੁਕਤੀਆਂ
ਨਿਯੁਕਤੀਆਂ ਬਾਹਰਲੇ ਬੰਦਿਆਂ ਦੀਆਂ ਹੋ ਰਹੀਆਂ ਤੇ ਪਤਾ ਸਾਨੂੰ ਬਾਅਦ ਚ ਲੱਗਦਾ। ਇਹ ਗੱਲਾਂ ਦੇਖੋ ਲੋਕ ਸਾਰੀਆਂ ਗੱਲਾਂ ਸਮਝ ਰਿਹਾ ਔਰ ਸਾਡੇ ਜਿਹੜੇ ਮੁੱਖ ਮੰਤਰੀ ਹੈ, ਮੈਂ ਕਹਿੰਦਾ ਜਸਤੇਜ ਸਿੰਘ ਪਹਿਲਾਂ ਪੁੱਛ ਲੈਣਾ ਸੀ ਭਗਵੰਤ ਮਾਨ ਨੂੰ ਵੀ ਮੋਦੀ ਦੇ ਖਿਲਾਫ ਬੋਲਣਾ ਕਿ ਨਹੀਂ ਬੋਲਣਾ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਸਾਰਾ ਜ਼ੋਰ ਲੱਗਾ ਮੋਦੀ ਸਾਹਿਬ ਦਾ ਤਾਰੀਫਾਂ ਕਰ ਦੇਣੀਆਂ ਵੀ ਏਦੂ ਵਧੀਆ ਤਾਂ ਬੰਦਾ ਕੋਈ ਹੈ ਹੀ ਨਹੀਂ, ਮੋਦੀ ਸਾਹਿਬ ਦੀ ਇੰਨੇ ਉਹਨਾਂ ਨੇ ਪੁਲ ਬੰਨੇ। ਤੇ ਫਿਰ ਅਮਿਤ ਸ਼ਾਹ ਸਾਡੇ ਗ੍ਰਹਿ ਮੰਤਰੀ ਆ, ਉਹਨਾਂ ਨੇ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ। ਫਿਰ ਜਦੋਂ ਇਹਨਾਂ ਨੇ ਮੰਗਿਆ ਅੱਧੀ ਜ਼ਬਾਨ ਨਾਲ ਮੰਗੀ ਜਾ ਕੇ Z+ ਸਿਕਿਉਰਿਟੀ ਉਹ ਉਹਨਾਂ ਨੇ ਦੇਤੀ। ਜਿਹੜੀ ਚੀਜ਼ ਮੰਗਦੇ ਆ ਭਗਵੰਤ ਮਾਨ ਉਹ ਦੇ ਹੀ ਜਾਂਦੇ ਆ। ਇਹ ਤਾਂ ਸਿੱਧੀ ਮਿਲੀ ਭੁਗਤ ਹੈ, ਸਾਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੈ। ਇਹ ਤਾਂ ਜਿਹੜਾ ਅਖਬਾਰਾਂ ਦੇ ਵਿੱਚ ਤੇ ਇਸ਼ਤਿਹਾਰਾਂ ਦੇ ਵਿੱਚ ਲੜਾਈ ਹੈ, ਇਹ ਤਾਂ ਇਸ ਕਰਕੇ ਹੈ ਕਿ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਾਰੇ ਥਾਵਾਂ ਤੇ ਆਪਣੇ ਬੰਦੇ ਖੜੇ ਕਰਕੇ ਐਂਟੀ ਇਨਕਮੈਂਸੀ ਵੰਡ ਸਕਣ ਤੇ ਬੀਜੇਪੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਦਾ ਫਾਇਦਾ ਮਿਲ ਸਕੇ। ਪਿੱਛੇ ਕਹਾਣੀ ਤਾਂ ਆ ਚੱਲ ਰਹੀ ਹੈ। ਨਹੀਂ ਵਾਲੀਆ ਸਾਹਿਬ ਇੱਕ ਮਿੰਟ ਦੇਖੋ, ਸਿੱਖਾਂ ਵਾਲਾ ਸਾਹਿਬ ਪਲੀਜ਼ ਤੱਥਾਂ ਤੇ ਗੱਲ ਕਰੋ। ਤੁਸੀਂ ਮੈਨੂੰ ਦੱਸ ਕਦੋਂ ਭਗਵੰਤ ਮਾਨ ਜੀ ਨੇ ਸਿਕਿਉਰਿਟੀ Z+ ਮੰਗੀ ਹੈ, ਸਗੋਂ ਉਹਨਾਂ ਨੇ ਜਦੋਂ ਦਿੱਤੀ ਹੈ ਤਾਂ ਵਾਪਸ ਕਰ ਦਿੱਤੀ ਗਈ। ਐਂਡ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਵੀ ਇੱਥੇ ਪਾਣੀ ਵਧਾਤਾ ਰਾਜਸਥਾਨ ਦਾ, ਦਿੱਲੀ ਦਾ, ਐਵੇਂ ਤੱਥਾਂ ਦੇ ਬੇਸ ਦੇ ਉੱਪਰ ਫੈਕਚੁਅਲ ਪੋਜੀਸ਼ਨ ਦੀ ਗੱਲ ਕਰੋ। ਮੈਂ ਤੱਥਾਂ ਤੇ ਗੱਲ ਕਰ ਰਿਹਾ। ਅਪਾਇੰਟਮੈਂਟਸ ਜਿਹੜੇ ਨੇ ਅਪਾਇੰਟਮੈਂਟਸ ਦਾ ਮਸਲਾ ਉਠਾਇਆ ਉਹ ਤੇ ਗੱਲ ਕਰ ਲਓ, ਉਹ ਤਾਂ ਤੱਥਾਂ ਤੇ ਹੈ। NOC ਦੀ ਗੱਲ ਕਰੋ ਨਾ, ਤੁਸੀਂ ਗੱਲ ਕਰੋ NOC ਦੀ। ਤੁਸੀਂ ਆਪਣੇ ਰਾਜਸਥਾਨ ਵਾਲੇ ਯੂਨਿਟ ਨੂੰ ਪੁੱਛੋ ਜਾ ਕੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਕਿ ਅਸੀਂ ਲੈ ਕੇ ਆਏ ਪੰਜਾਬ ਦੇ ਮੁੱਖ ਮੰਤਰੀ ਤੋਂ ਪਾਣੀ ਲੈ ਕੇ ਆਏ। ਫਿਰ ਮੀਟਿੰਗ ਨਹੀਂ ਕੀਤੀ ਬਠਿੰਡੇ ਆ ਕੇ। ਤੁਸੀਂ ਰਾਜਸਥਾਨ ਚੱਲ ਨਹੀਂ ਰਹੀਆਂ, ਤੱਥਾਂ ਦੇ ਸਾਹਮਣੇ ਚੱਲਣਾ ਹੈ। ਆਫੀਸ਼ੀਅਲੀ ਮੀਟਿੰਗ ਨਹੀਂ ਸੀ, ਅਨਆਫੀਸ਼ੀਅਲੀ ਮੀਟਿੰਗ ਕੀਤੀ ਹੈ। ਬਕਾਇਦਾ ਮੁੱਖ ਮੰਤਰੀ ਆਇਆ, ਬਕਾਇਦਾ ਇੱਥੇ ਸਾਰੇ ਸੀਨੀਅਰ ਆਫੀਸਰ ਆਏ ਆ। ਉਹ ਬਿਨਾਂ ਗੱਲ ਤੋਂ ਆ ਗਏ ਕਿਉਂ ਮੀਟਿੰਗ? ਚਲੋ ਠੀਕ ਹੈ, ਮੈਂ ਦੁਬਾਰਾ ਆਉਣਾ ਜੇ ਲੋੜ ਪਈ। ਨਾਰੰਗ ਸਾਹਿਬ ਆ ਗਏ ਸਾਡੇ ਜੁੜ ਕੇ ਨੇ। ਨਾਰੰਗ ਸਾਹਿਬ ਕਈ ਸਵਾਲ ਉਠਾਏ ਨੇ ਜਸਤੇਜ ਹੋਰਾਂ ਨੇ, ਤੁਹਾਡਾ ਜਵਾਬ। ਵਾਲੀਆ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜਿਹੜੀ ਮੈਂ ਪਹਿਲੇ ਟੇਕ ਦੇ ਵਿੱਚ ਵੀ ਗੱਲ ਕੀਤੀ ਉਹ ਇਹ ਸੀਗੀ ਕਿ ਕੇਜਰੀਵਾਲ ਸਾਹਿਬ ਜੋ ਭਾਸ਼ਾ ਦਿੱਲੀ 'ਚ ਪ੍ਰਯੋਗ ਕਰਦੇ ਨੇ ਉਹੀ ਭਾਸ਼ਾ ਮੁੱਖ ਮੰਤਰੀ ਨੂੰ ਪੰਜਾਬ 'ਚ ਬੋਲਣ ਲਈ ਸਿਖਾਉਂਦੇ ਨੇ, ਔਰ ਮੁੱਖ ਮੰਤਰੀ ਸਾਹਿਬ ਉਸੇ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਜਿਹੋ ਜੀ ਕੇਜਰੀਵਾਲ ਸਾਹਿਬ ਦਿੱਲੀ 'ਚ ਪ੍ਰਧਾਨ ਮੰਤਰੀ ਸਾਹਿਬ ਲਈ ਕਰਦੇ ਨੇ, ਇਹੋ ਜਿਹੀ ਭਾਸ਼ਾ ਉਹ ਕਰਦੇ ਨੇ। ਉਹ ਜਿਹੜੀ ਮੈਂ ਤੁਹਾਨੂੰ ਥੀਏਟਰ ਵਾਲੀ ਗੱਲ ਕੀਤੀ ਆ ਵਾਲੀਆ ਸਾਹਿਬ, ਆਪਾਂ ਸਭ ਨੂੰ ਪਤਾ ਵਾ ਕਿ ਰੀਅਲ ਲਾਈਫ ਔਰ ਰੀਅਲ ਲਾਈਫ ਦਾ ਬੜਾ ਫਰਕ ਹੁੰਦਾ। ਔਰ ਮੇਰਾ ਇਹ ਮੰਨਣਾ ਵਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਵੀ ਰੀਅਲ ਲਾਈਫ 'ਚ ਜੀਂਦੇ ਨੇ ਜਿੱਥੇ ਉਹ ਸਾਡਾ। ਮੇਰਾ ਖਿਆਲ ਹੈ ਜੀ ਫਿਰ ਕੋਈ ਪ੍ਰੋਬਲਮ ਆ ਗਈ ਉਹਨਾਂ ਨੂੰ। ਧਾਲੀਵਾਲ ਸਾਹਿਬ ਤੁਹਾਡੀ ਟਿੱਪਣੀ, ਕਿਉਂਕਿ ਟਾਈਮ ਆਖਰੀ ਆਪਣਾ ਗੇੜ ਹੈ, ਆਪਣੇ ਕੋਲ ਟਾਈਮ ਲਿਮਟਡ ਹੁੰਦਾ ਹੈ। ਧਾਲੀਵਾਲ, ਪ੍ਰੋਫੈਸਰ ਧਾਲੀਵਾਲ। ਵਾਲੀਆ ਸਾਹਿਬ ਸਿਚੁਏਸ਼ਨ ਇਹ ਹੈ ਕਿ ਅਸੀਂ ਕਿਤੇ ਮੈਨੂੰ ਜੋ ਲੱਗ ਰਿਹਾ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਫਿਰ ਮੈਥੋਂ ਕਿਹਾ ਜਾਏਗਾ ਵਿਚਾਰੇ ਗੁੱਸਾ ਕਰਦੇ ਆ, ਮੁੱਦੇ ਤੋਂ ਅਸੀਂ ਕਿਤੇ ਭਟਕ ਜਾਂਦੇ ਆ। ਮੁੱਦਾ ਇਹ ਹੈ ਕਿ ਇਹ ਨਹੀਂ ਗੱਲ ਹੈਗੀ ਕਿ ਮੁੱਖ ਮੰਤਰੀ ਇਕੱਲੇ ਦਾ ਦੋਸ਼ ਹੈ। ਗਵਰਨਰ ਸਾਹਿਬ ਵੀ, ਜਿਹਨੂੰ ਅਸੀਂ ਆਪਾਂ ਕਹੀਏ ਇੰਗਲੈਂਡ ਦਾ ਸੰਵਿਧਾਨ ਚੱਲਦਾ ਰਵਾਇਤਾਂ ਤੇ, ਉਹ ਰਵਾਇਤਾਂ ਤੇ ਜੇ ਆਪਾਂ ਮੰਨ ਲਈਏ ਕਿ ਗਵਰਨਰ ਸਾਹਿਬ ਏਦਾਂ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਹੁੰਦੇ ਜਿਸ ਤਰ੍ਹਾਂ ਹੁਣ ਕਰ ਰਹੇ ਨੇ। ਇੱਕ ਤੀਸਰੀ ਗੱਲ, ਗਵਰਨਰ ਸਾਹਿਬ ਨੂੰ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਯੂਨੀਵਰਸਿਟੀ ਮੁੱਦੇ ਤੇ ਜਿਹੜੀ ਉਹ ਮੀਟਿੰਗ ਬੁਲਾਉਂਦੇ ਨੇ, ਕੀ ਉਹ ਗਵਰਨਰ ਪੰਜਾਬ ਦੇ ਤੌਰ ਤੇ ਬੁਲਾ ਸਕਦੇ ਨੇ ਜਾਂ ਉਹ ਡਿਊਟੀ ਐਡਮਿਨਿਸਟ੍ਰੇਟਰ ਤੌਰ ਤੇ ਬੁਲਾਉਂਦੇ ਨੇ? ਜੇਕਰ ਡਿਊਟੀ ਐਡਮਿਨਿਸਟ੍ਰੇਟਰ ਦੇ ਤੌਰ ਤੇ ਬੁਲਾਉਂਦੇ ਨੇ ਤਾਂ ਉਹ ਡਿਊਟੀ ਦੇ ਪੱਖਾਂ ਦੀ ਗੱਲ ਕਰਨ ਤੇ ਮੁੱਖ ਮੰਤਰੀ ਨੂੰ ਅਲਾਓ ਕਰ ਦੇਣ ਵੀ ਤੇਰਾ ਕੋਈ ਵੀ ਸ਼ਬਦ ਹੈ ਗਵਰਨਰ ਦੇ ਖਿਲਾਫ ਨਹੀਂ, ਹੁਣ ਤੁਸੀਂ ਡਿਊਟੀ ਐਡਮਿਨਿਸਟ੍ਰੇਟਰ ਨਾਲ ਗੱਲ ਕਰ ਰਹੇ ਹੋ। ਇਹ ਸਾਰੀਆਂ ਗੱਲਾਂ, ਔਰ ਇਹ ਮੁੱਖ ਮੰਤਰੀ ਜੀ ਨੂੰ ਵੀ ਕਰਨਾ ਚਾਹੀਦਾ ਹੈ ਕਿ ਜੇਕਰ ਮੈਂ ਉੱਥੇ ਵਿਰੋਧ ਕਰਦਾ, ਮੈਂ ਉੱਥੇ ਉਹ ਡਿਊਟੀ ਐਡਮਿਨਿਸਟ੍ਰੇਟਰ ਨੂੰ ਰਿਪਰੈਜ਼ੈਂਟ ਕਰਦੇ ਨੇ, ਮੈਂ ਪੰਜਾਬ ਦੀ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ, ਹਰਿਆਣੇ ਦਾ ਮੁੱਖ ਮੰਤਰੀ ਹਰਿਆਣੇ ਦੀ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹ ਭਗਵੰਤ ਮਾਨ ਨੂੰ ਵੀ ਚਾਹੀਦਾ, ਜਿਹੜੀ ਗੱਲ ਪਹਿਲਾਂ ਸਾਰਿਆਂ ਨੇ ਕੀਤੀ ਹੈ ਕਿ ਸ਼ਬਦਾਂ ਦੀ ਮਰਿਆਦਾ ਹੈ ਜਿਹੜੀ ਨਾ, ਉਹ ਦਿਨੋਂ ਦਿਨ ਪੋਲਿਟਿਕਸ ਦੇ ਵਿੱਚ ਨੀਚੇ ਹੁੰਦੀ ਜਾਂਦੀ ਹੈ। ਪਰ ਜਿਹੜੀ ਆਪਣੇ ਬੀਜੇਪੀ ਵਾਲੇ ਨੁਮਾਇੰਦੇ ਜੀਆਂ ਨੇ ਗੱਲ ਕੀਤੀ ਸੀ, ਉਹਦੇ ਵਿੱਚ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਕੁਸ਼ਿਆਰੀ ਜੀ ਦੀ ਟਿੱਪਣੀ ਹੈ ਜਿਹੜੀ ਨਾ, ਉਹ ਬਹੁਤ ਸਖਤ ਹੈ, ਬਹੁਤ ਸਖਤ ਟਿੱਪਣੀ ਹੈ। ਉਹ ਮਤਲਬ ਬਿਨਾਂ ਕਾਰਨ ਕੁਸ਼ਿਆਰੀ ਜੀ ਨੇ ਕਿਸੇ ਹੋਰ ਬੰਦੇ ਨੂੰ ਬੁਲਾ ਕੇ ਸਹੁੰ ਚੁਕਾ ਦੇਣੀ, ਤੇ ਉੱਥੇ ਮੈਨੂੰ ਨਹੀਂ ਪਤਾ ਮੇਰੇ ਕਾਂਗਰਸ ਵਾਲੇ ਵੀਰ ਗਵਰਨਰ ਨੂੰ ਗਲਤ ਕਹਿਣਗੇ ਕਿ ਨਹੀਂ ਕਹਿਣਗੇ। ਅਸੀਂ ਕੀ ਹੈ ਕਿ ਸਾਰੀਆਂ ਪਾਰਟੀਆਂ ਵਾਲੇ ਮਿੱਤਰ ਕੀ ਕਰਦੇ ਆ ਨਾ, ਇਹ ਆਪਦਾ ਜਿਹੜਾ ਥੋੜ ਚਿਰ ਫਾਇਦਾ ਸੋਚਦੇ ਨੇ। ਗਵਰਨਰ ਦੀ ਸੰਸਥਾ ਤੇ ਮੁੱਖ ਮੰਤਰੀ ਦੀ ਸੰਸਥਾ ਤੇ ਜਿੱਥੇ ਮੁੱਖ ਮੰਤਰੀ ਗਲਤ ਹੈ ਉੱਥੇ ਅਸੀਂ ਉਹਨੂੰ ਗਲਤ ਨਹੀਂ ਕਹਿੰਦੇ, ਜਿੱਥੇ ਗਵਰਨਰ ਸਾਹਿਬ ਗਲਤ ਨੇ ਉੱਥੇ ਅਸੀਂ ਉਹਨੂੰ ਗਲਤ ਨਹੀਂ ਕਹਿੰਦੇ। ਅਸੀਂ ਇਸ ਗੱਲ ਤੇ ਕਿ ਸਾਨੂੰ ਕਿਹਨੂੰ ਗਲਤ ਕਹਿਣ ਵਿੱਚ ਫਾਇਦਾ ਹੈ, ਕਿਹਨੂੰ ਗਲਤ ਕਹਿਣ ਵਿੱਚ ਫਾਇਦਾ ਨਹੀਂ ਹੈ,
ਇਸ ਗੱਲ ਤੇ ਆ ਜਾਂਦੇ ਆ। ਸੋ ਮੈਨੂੰ ਇਹ ਲੱਗਦਾ ਕਿ ਅਸਲੀ ਮੁੱਦਾ ਇਹ ਹੈ ਕਿ ਇਹਨੂੰ ਸੰਵਿਧਾਨਕ ਤੌਰ ਤੇ ਵਿਚਾਰਿਆ ਜਾਵੇ, ਉਹਦੀ ਮਰਿਆਦਾ 'ਚ ਰਹਿੰਦੇ ਹੋਏ। ਗਵਰਨਰ ਸਾਹਿਬ ਦਾ ਬੜਾ ਕਲੀਅਰ ਸੰਵਿਧਾਨ ਸਭਾ ਦੇ ਵਿੱਚ ਜਦੋਂ ਇਹ ਮੀਟਿੰਗਾਂ ਹੋਈਆਂ ਉਦੋਂ ਜੀ ਨਾਇਬ ਸਾਹਿਬ, ਜੇ ਤੁਸੀਂ ਆ ਗਏ ਆਪਣੀ ਗੱਲ ਪੂਰੀ ਕਰੋ ਜੀ। ਕਿਸਾਨ ਕਹਿ ਰਿਹਾ ਸੀਗਾ ਕਿ ਜਿਹੜਾ ਵੀ ਧਾਲੀਵਾਲ ਸਾਹਿਬ ਨੇ ਹੁਣ ਕਿਹਾ ਵਾ, ਗੱਲ ਤਾਂ ਉਹ ਕਿ ਆਪਾਂ ਨੂੰ ਸੰਵਿਧਾਨ ਦੇ ਦਾਇਰੇ 'ਚ ਵਿਚਾਰੀਏ ਕਿ ਕੀ ਠੀਕ ਆ ਜਾਂ ਕੀ ਗਲਤ ਆ। ਜੇ ਸੰਵਿਧਾਨ ਮੁੱਖ ਮੰਤਰੀ ਸਾਹਿਬ ਨੇ ਚੱਕੀ ਆ ਤਾਂ ਉਹ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਡਿਊਟੀਆਂ ਨੇ ਉਹਨਾਂ ਦਾ ਵੀ ਡਿਲੀਜੈਂਟ ਤਰੀਕੇ ਨਾਲ ਭਾਸ਼ਾ ਦੀ ਮਰਿਆਦਾ ਦੇ ਨਾਲ ਪਾਲਣ ਕਰਨਾ ਉਹਨਾਂ ਦੀ ਡਿਊਟੀ ਆ। ਔਰ ਜੇ ਉਹ ਡਿਊਟੀ ਦਾ ਪਾਲਨ ਕਰ ਲੈਣ ਤਾਂ ਆਪਾਂ ਨਾ ਰੋਜ਼ ਇਸ ਮਸਲੇ ਤੇ ਡਿਬੇਟ ਕਰੀਏ, ਨਾ ਆਪਾਂ ਕਿਸੇ ਕੰਟਰੋਵਰਸੀ ਚਾਹੀਏ। ਜੇ ਰਾਜਪਾਲ ਸਾਹਿਬ ਨੇ ਚਿੱਠੀਆਂ ਲਿਖੀਆਂ ਨੇ ਕਟਾਰੂ ਚੱਕ ਦੇ ਮਸਲੇ ਜਾਂ ਹੋਰ ਮਸਲੇ ਤੇ, ਮੈਂ ਅੱਜ ਵੀ ਇਹ ਉਮੀਦ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਦਾ ਜਵਾਬ ਦੇ ਦੇਣ ਤਾਂ ਕਿ ਆਪਾਂ ਇਸ ਕੰਟਰੋਵਰਸੀ ਦੇ ਵਿੱਚ ਅੱਗੇ ਨਾ ਵਧੀਏ। ਦੇਖੋ ਨਾਇਬ ਸਾਹਿਬ, ਇਹ ਤਾਂ ਹੋ ਗਈ ਨਾ ਆਈਡੀਅਲ ਪੋਜੀਸ਼ਨ। ਗੱਲ ਜਿਹੜੀ ਤੱਥਾਂ ਦੀ ਗੱਲ ਹੈ ਨਾ, ਜਦੋਂ ਵੀ ਤੁਸੀਂ ਤਾਂ ਐਡਵੋਕੇਟ ਹੋ, ਤੁਸੀਂ ਕਿਉਂਕਿ ਲੋਕ ਆਸ ਕਰ ਰਹੇ ਹੁੰਦੇ ਨੇ ਕਿ ਜਦੋਂ ਤੁਸੀਂ ਕਿਹਾ ਕਿ ਸਿਰਫ ਪੰਜਾਬ ਤੇ ਹਰਿਆਣਾ 'ਚ ਗਵਰਨਰ ਨਾਲ ਲੜਾਈ ਹੈ, ਹੁਣ ਧਾਲੀਵਾਲ ਸਾਹਿਬ ਨੇ ਦੱਸਤਾ ਵੀ ਅਸਿਆਰੀ ਨੇ ਮਹਾਰਾਸ਼ਟਰ 'ਚ ਕੀ ਕੀਤਾ, MK ਸਟਾਲਿਨ ਦੀ ਕੀ ਲੜਾਈ ਹੈ, ਮਮਤਾ ਬੈਨਰਜੀ ਦੀ ਕੀ ਹੈ। ਇਹ ਤੇ ਜੇ ਤੁਸੀਂ ਗੱਲ ਕਰਦੇ ਤਾਂ ਚੰਗੀ ਗੱਲ ਹੋਣੀ ਸੀ। ਖੈਰ ਕੋਈ ਇਹ ਤੁਹਾਡਾ ਆਪਣਾ ਹੱਕ ਹੈ। ਧਾਲੀਵਾਲ ਸਾਹਿਬ ਆਪਣੀ ਗੱਲ ਪੂਰੀ ਕਰੋ। ਹਾਂ, ਬਸ ਇਹੀ ਗੱਲ ਸੀ ਤੇ ਮੇਰੀ ਤਾਂ ਮੈਂ ਤਾਂ ਇਹ ਕਹਿਣਾ ਕਿ ਇਸ ਗੱਲ ਤੇ ਐਡੇ ਅਹੁਦੇ ਤੇ ਮੁੱਖ ਮੰਤਰੀ ਤੇ ਗਵਰਨਰ ਨੂੰ ਭਿੜਨ ਦੀ ਬਜਾਏ ਮੈਨੂੰ ਲੱਗਦਾ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨੂੰ, ਆਪ ਗਵਰਨਰ ਸਾਹਿਬ ਨੂੰ ਵੀ ਅੱਗੇ ਆਉਣਾ ਚਾਹੀਦਾ, ਮੁੱਖ ਮੰਤਰੀ ਨੂੰ ਵੀ। ਇਹ ਤੋਂ ਸਿੱਧਾ ਇਸ਼ਾਰਾ ਹੀ ਮਿਲਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਭਗਵੰਤ ਮਾਨ ਕੇਜਰੀਵਾਲ ਤੋਂ ਆਪਣੀ ਜਿਹੜੀ ਸਾਰੀ ਮਾਰਗਦਰਸ਼ਨ ਲੈਂਦੇ ਨੇ, ਇਸ ਤਰ੍ਹਾਂ ਇਹ ਬਿਲਕੁਲ ਇੱਕ ਪਰਸੈਪਸ਼ਨ ਬਣਦੀ ਹੈ ਕਿ ਗਵਰਨਰ ਸਾਹਿਬ ਵੀ ਆਪਣਾ ਕਿਤੋਂ ਹੋਰ ਮਾਰਗਦਰਸ਼ਨ ਲੈਂਦੇ ਨੇ, ਉਹਦੇ ਮੁਤਾਬਕ ਗੱਲ ਕਰਦੇ। ਜੀ ਗੱਲ ਪਤਾ ਕੀ ਹੈ ਧਾਲੀਵਾਲ ਸਾਹਿਬ, ਅਜੇ ਤਾਂ ਤੁਸੀਂ 19-20 ਨੂੰ ਦੇਖਿਓ, ਜਦੋਂ ਆਰਡੀਨੈਂਸ ਦੇ ਮਸਲੇ ਤੇ ਕੇਂਦਰ ਨਾਲ ਟਕਰਾਅ ਹੋਰ ਵਧਣਾ, ਫਿਰ ਤੁਸੀਂ ਕਹੋਗੇ ਜੀ ਇਹ ਤਾਂ ਦਿੱਲੀ ਕਰਕੇ ਇੱਥੇ ਹੋਇਆ, ਕਿਉਂਕਿ ਕੇਜਰੀਵਾਲ ਸਾਹਿਬ ਨੇ ਸੰਕੇਤ ਦਿੱਤਾ ਕਿ ਜੀ ਤੁਸੀਂ ਇਹ ਨਾ ਸਮਝੋ ਇਕੱਲਾ ਦਿੱਲੀ 'ਚ ਹੈ, ਹੋਰ ਸੂਬਿਆਂ ਤੇ ਵੀ ਇਹ ਲਾਗੂ ਹੋਣਾ। ਆਖਰੀ ਟਿੱਪਣੀ ਵਰਿੰਦਰ ਸ਼ਰਮਾ ਜੀ। ਮੈਂ ਤਾਂ ਅਖੀਰ ਤੇ ਇੱਕੋ ਗੱਲ ਕਹਿਣੀ ਚਾਹੁੰਦਾ ਵਾਂ ਵਾਲੀਆ ਜੀ ਕਿ ਜੇ ਪੰਜਾਬ ਹੋਵੇ ਤੇ ਭਾਵੇਂ ਦੇਸ਼ ਦੇ ਬਾਕੀ ਸੂਬੇ ਹੋਣ, ਜੇ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਸੂਬੇ ਤੇ ਦੇਸ਼ ਦੀ ਰਾਖੀ ਵਾਸਤੇ, ਹੱਕਾਂ ਦੀ ਰਾਖੀ ਵਾਸਤੇ ਵਧੀਆ ਭਾਸ਼ਾ ਨਾਲ, ਆਪਸੀ ਮਿਲਵਰਤਨ ਨਾਲ ਜੇ ਕੰਮ ਕੀਤਾ ਜਾਏਗਾ ਤੇ ਤਾਂ ਸੂਬੇ ਬਚਣਗੇ, ਤਾਂ ਦੇਸ਼ ਬਚੇਗਾ। ਪੋਲਿਟਿਕਸ ਵੀ ਤਾਂ ਹੀ ਬਚਣਾ ਜੇ ਪੋਲੀਟੀਕਲ ਫਾਇਦੇ ਵਾਸਤੇ ਅਸੀਂ ਮਾੜੀ ਭਾਸ਼ਾ, ਮਾੜੀ ਗੱਲ, ਮਾੜੇ ਫੈਸਲੇ ਲੈਣੇ ਸ਼ੁਰੂ ਕਰ ਦਿਆਂਗੇ ਤੇ ਅੱਜ ਨਹੀਂ ਕੱਲ ਅਖੀਰ ਇਸ ਦੇਸ਼ ਦਾ, ਦੇਸ਼ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਔਰ ਇੱਕ ਚੀਜ਼, ਜੇ ਪੋਲੀਟੀਕਲ ਪਾਰਟੀਆਂ ਨੂੰ ਵੀ ਹਰ ਸੂਬੇ 'ਚ ਫਿਰ ਨੀਤੀ ਇੱਕ ਰੱਖਣੀ ਚਾਹੀਦੀ ਹੈ। ਇੱਕ ਸੂਬੇ 'ਚ ਹੋਰ ਨੀਤੀ, ਦੂਜੇ ਸੂਬੇ 'ਚ ਹੋਰ ਨੀਤੀ, ਇਹ ਨਹੀਂ ਹੋਣਾ ਚਾਹੀਦਾ। ਔਰ ਇੱਕ ਚੀਜ਼, ਦੋ ਗੱਲਾਂ ਅਖੀਰ ਤੇ ਮੈਂ ਜ਼ਰੂਰ ਕਹਿਣੀਆਂ ਨੇ ਕਿ ਗਵਰਨਰ ਸਾਹਿਬ ਦੀ ਚਿੱਠੀ ਦਾ ਜਵਾਬ ਚੀਫ ਮਿਨਿਸਟਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਉਹ ਜੋ ਮਰਜ਼ੀ ਦੇਵੇ, ਆਪਣਾ ਪੱਖ ਰੱਖੇ। ਦੂਸਰੀ ਗੱਲ, ਗਵਰਨਰ ਸਾਹਿਬ ਨੂੰ ਇਸ ਤਰ੍ਹਾਂ ਪ੍ਰੈਸ ਕਾਨਫਰੰਸਾਂ ਕਰਕੇ ਪਬਲਿਕ 'ਚ ਜਾ ਕੇ ਪੋਲੀਟੀਕਲ ਬੰਦੇ ਵਾਂਗ ਗੱਲਾਂ ਕਰਨੀਆਂ, ਇਹ ਵੀ ਸ਼ੋਭਾ ਨਹੀਂ ਦਿੰਦਾ। ਔਰ ਦੂਰ ਨਹੀਂ ਰਹਿੰਦੇ, ਚੰਡੀਗੜ੍ਹ ਦੇ ਵਿੱਚ ਦੋਨਾਂ ਦੀਆਂ ਕੋਠੀਆਂ, ਚੰਡੀਗੜ੍ਹ ਦੇ ਵਿੱਚ ਦੋਨਾਂ ਦੇ ਦਫ਼ਤਰ ਨੇ, ਇਹਨਾਂ ਨੂੰ ਆਪਸ 'ਚ ਮਿਲਣਾ ਚਾਹੀਦਾ ਹੈ। ਗਵਰਨਰ ਸਾਹਿਬ ਟੈਲੀਫੋਨ ਕਰਕੇ ਬੁਲਾ ਲੈਣ ਔਰ CM ਸਾਹਿਬ ਨੂੰ ਜਾਣਾ ਚਾਹੀਦਾ ਹੈ, ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਵਰਨਾ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ, ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਏਗਾ। ਦੋ ਨੁਕਸਾਨ, ਪੰਜਾਬ ਦੇ ਲੋਕਾਂ ਦਾ ਨੁਕਸਾਨ ਤੇ ਇੰਸਟੀਟਿਊਸ਼ਨ ਦਾ ਨੁਕਸਾਨ। ਮੈਂ ਜਾ ਰਿਹਾ ਸੀ, ਦੋਨਾਂ ਦੇ ਮੈਂ ਇਸ਼ਾਰੇ ਦੇਖੇ ਨੇ। ਸੀਖਾ ਵਾਲਾ ਸਾਹਿਬ 30 ਸਕਿੰਟ ਨੇ ਗੱਲ ਕਰ ਲਓ, ਵੈਸੇ ਮੈਂ ਖਤਮ ਕਰ ਰਿਹਾ ਸੀ ਪ੍ਰੋਗਰਾਮ। ਸੀਖਾ ਵਾਲਾ ਜੀ। ਦੇਖੋ ਜੀ, ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਗਵਰਨਰ ਹੈ ਉਹ ਸੈਂਟਰ ਦੇ ਨੁਮਾਇੰਦੇ ਆ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇੰਦੇ ਆ। ਇਸ ਕਰਕੇ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਔਰ ਉਹਨਾਂ ਨੂੰ ਉਹ ਜ਼ਿੰਮੇਵਾਰੀ ਆਪਣੀ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ, ਕਿਉਂਕਿ ਹਰ ਇੱਕ ਉਹਨਾਂ ਦੇ ਫੈਸਲੇ ਦੇ ਨਾਲ ਜੇ ਨੁਕਸਾਨ ਹੋਊਗਾ ਤੇ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਕਸਾਨ ਹੋਊਗਾ ਤੇ ਪੰਜਾਬ ਸੂਬੇ ਦਾ ਨੁਕਸਾਨ ਹੋਊਗਾ। ਤੇ ਜਿਹੜੇ ਗਵਰਨਰ ਸਾਹਿਬ ਆ ਉਹਨਾਂ ਦਾ ਜੇ ਇਸ ਲੜਾਈ ਦੇ ਵਿੱਚ ਨੁਕਸਾਨ ਕੋਈ ਨਹੀਂ। ਬਹੁਤ ਟਾਈਮ ਦਾ ਬਹੁਤ ਖਿਆਲ। ਜਸਦੇਵ ਸਿੰਘ ਜੀ, ਤੁਹਾਡੇ ਕੋਲ ਵੀ 30-40 ਸਕਿੰਟ ਨੇ ਸਾਰੇ।
ਐਕਚੁਅਲੀ ਮੁੱਦੇ ਇੱਥੇ ਕਈ ਚੱਕੇ ਗਏ, ਹਾਲਾਂਕਿ ਇੱਕ ਮੁੱਦੇ ਦੇ ਉੱਪਰ ਮੈਨੂੰ ਲੱਗਦਾ ਪੂਰੀ ਡਿਬੇਟ ਹੋ ਸਕਦੀ ਸੀ, ਬਟ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਸੰਜੀਦਾ ਮੁੱਦਾ ਹੈ। 1966 ਚ ਹਿਮਾਚਲ ਤੇ ਹਰਿਆਣਾ ਆਪਣਾ ਆਪਣਾ ਹਿੱਸਾ ਪੰਜਾਬ ਯੂਨੀਵਰਸਿਟੀ ਛੱਡ ਗਏ ਸੀਗੇ, ਜਦੋਂ ਸਾਡਾ ਬਹੁਤ ਘੱਟ ਉੱਥੇ ਕੰਟਰੀਬਿਊਸ਼ਨ ਸੀਗਾ, ਬਰਾਬਰ ਕੰਟਰੀਬਿਊਸ਼ਨ ਸੀਗਾ 20%, ਉਹ ਵਧਾ ਕੇ ਸਾਡਾ 40% ਹੋ ਗਿਆ, ਅਸੀਂ ਬਰਾਬਰ ਦੇ ਰਹੇ ਹਾਂ। ਅੱਜ ਇੱਕ ਬੱਚੇ ਨੂੰ ਅਸੀਂ ਪਾਲ ਪੋਸ ਕੇ ਵੱਡਾ ਕੀਤਾ, ਉਹਨੂੰ ਅਸੀਂ ਇਸ ਮੁਕਾਮ ਤੇ ਪਹੁੰਚਾਇਆ ਕਿ ਉਹ ਆਪ ਖੜਾ ਹੋ ਗਿਆ, ਤੇ ਅੱਜ ਹਰਿਆਣਾ ਉੱਠ ਕੇ ਕਹਿ ਰਿਹਾ ਕਿ ਵੀ ਹਾਂਜੀ ਹੁਣ ਅਸੀਂ ਵੀ ਪੈਸੇ ਕੰਟਰੀਬਿਊਟ ਕਰਨ ਨੂੰ ਤਿਆਰ ਹਾਂ ਤੇ ਸਾਨੂੰ ਦੇ ਦਿਓ। ਇਹ ਪੋਸੀਬਲ ਨਹੀਂ ਹੈ, ਸਾਨੂੰ ਆਪਣੇ ਹੱਕਾਂ ਵਾਸਤੇ ਲੜਨਾ ਆਉਂਦਾ ਹੈ, ਅਸੀਂ ਲੜਾਂਗੇ। ਐਂਡ ਅਨਨੈਸੈਸਰੀਲੀ ਅਸੀਂ ਜਿਹੜੀ ਇਨਫੋਰਮੇਸ਼ਨ ਸੰਵਿਧਾਨਿਕ ਅਸੀਂ ਦਵਾਂਗੇ, ਪਰ ਇਹ ਨਹੀਂ ਕਿ ਵੀ ਹਾਂਜੀ ਅਸੀਂ ਆਪਣੇ ਪ੍ਰਿੰਸੀਪਲ ਬਾਹਰ ਭੇਜ ਰਹੇ ਹਾਂ ਤੇ ਅਸੀਂ ਕੀ ਕ੍ਰਾਈਟੇਰੀਆ ਅਪਣਾਇਆ ਪ੍ਰਿੰਸੀਪਲ ਬਾਹਰ ਭੇਜਣ ਦਾ, ਅਸੀਂ ਉਹ ਵੀ ਭੇਜੀਏ। ਇਹ ਸੰਵਿਧਾਨ ਨਹੀਂ ਕਹਿੰਦਾ। ਸੰਵਿਧਾਨ ਦੇ ਉੱਪਰ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਬਾਈਂਡਿੰਗ ਹੈ, ਇਹ ਨਹੀਂ ਕਿ ਵੀ ਹਾਂਜੀ ਕਿਵੇਂ ਪ੍ਰਿੰਸੀਪਲ ਬਾਹਰ ਭੇਜ ਰਹੇ ਹੋ, ਸਾਨੂੰ ਕ੍ਰਾਈਟੇਰੀਆ ਦਿਓ। ਠੀਕ ਹੈ ਜੀ, ਠੀਕ ਹੈ ਜਸੇਜ ਜੀ, ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੈ। ਮਸਲੇ ਕਈ ਉਭਰੇ ਕਿਉਂਕਿ ਅਸੀਂ ਟਕਰਾਅ ਦੀ ਸਥਿਤੀ ਦੀ ਗੱਲ ਕਰ ਰਹੇ ਸੀ। ਅਸੀਂ ਪੰਜਾਬ ਯੂਨੀਵਰਸਿਟੀ ਤੇ 2 ਪ੍ਰੋਗਰਾਮ ਕਰ ਚੁੱਕੇ ਹਾਂ, ਲੇਕਿਨ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਦੋਨੇ ਇੰਸਟੀਟਿਊਸ਼ਨ ਧਿਰਾਂ ਤਾਂ ਬਣਨੀਆਂ ਨਹੀਂ ਚਾਹੀਦੀਆਂ। 2 ਸਾਡੀਆਂ ਇੰਸਟੀਟਿਊਸ਼ਨ ਨੇ, ਦੋਨੇ ਇੰਸਟੀਟਿਊਸ਼ਨ ਬਹੁਤ ਵੱਡੀਆਂ ਨੇ ਕਿਸੇ ਵੀ ਸੂਬੇ ਲਈ, ਗਵਰਨਰ ਤੇ ਮੁੱਖ ਮੰਤਰੀ। ਜਦੋਂ ਵੀ ਟਕਰਾਅ ਚਾਉਣਗੇ ਨੁਕਸਾਨ ਸੂਬੇ ਦਾ ਹੋਊਗਾ। ਜਿਹੜੀ ਗੱਲ ਸ਼ੁਰੂ ਚ ਪ੍ਰੋਫੈਸਰ ਰਾਮ ਸਿੰਘ ਧਾਲੀਵਾਲ ਨੇ ਕਹੀ ਸੀ, ਤੇ ਜੇ ਦੋਨੇ ਸੁਪਰੀਮ ਕੋਰਟ ਜਾਣਗੇ ਜਿਵੇਂ ਗਵਰਨਰ ਸਾਹਿਬ ਨੇ ਕਿਹਾ, ਇਧਰੋਂ ਜਿਹੜਾ ਹੈ ਜੇ ਮੁੱਖ ਮੰਤਰੀ ਜਾਂਦੇ ਨੇ ਤੇ ਪੈਸਾ ਤਾਂ ਤੁਹਾਡਾ ਤੇ ਸਾਡਾ ਹੀ ਲੱਗਣਾ, ਸੂਬੇ ਦਾ ਹੀ ਲੱਗਣਾ ਨਾ। ਇਸ ਕਰਕੇ ਇਹ ਟਕਰਾਅ ਚੋਂ ਨਿਕਲਣਾ ਕੁਛ ਨਹੀਂ, ਪਰ ਟਕਰਾਅ ਜਿਹੜਾ ਵੱਧ ਰਿਹਾ, ਤਾਂ ਟਕਰਾਅ ਦੇ ਸੰਭਾਵਨਾ ਵਧਣ ਦੀਆਂ ਵੱਧ ਗਈਆਂ ਨੇ 19-20 ਨੂੰ। ਤੇ 2 ਮਸਲੇ ਉਦੋਂ ਜਿਹੜਾ ਟੇਬਲ ਏਜੰਡੇ 'ਚ ਆ ਜਾਂਦਾ ਹੈ, ਡੀਜੀਪੀ ਪੰਜਾਬ ਦਾ ਮਸਲਾ, ਉੱਥੇ ਵੀ ਵਧੇਗੀ ਗੱਲ। ਔਰ ਫਿਰ ਜੇ ਆਰਡੀਨੈਂਸ ਦੇ ਜਿਹੜਾ ਵਿਰੁੱਧ ਮਤਾ ਆਉਣਾ ਹੈ, ਜਿਹਨੂੰ ਨਿੰਦਾ ਪ੍ਰਸਤਾਵ ਕਹਿ ਲਓ, ਤੇ ਉਹਦੇ ਵਿੱਚ ਵੀ ਟਕਰਾਅ ਵਧਣ ਦੀ ਸੰਭਾਵਨਾ ਹੈ। ਕੇਂਦਰ ਨਾਲ ਵੀ ਟਕਰਾਅ ਔਰ ਗਵਰਨਰ ਨਾਲ ਵੀ ਟਕਰਾਅ। ਮਸਲਾ ਉਲਝਦਾ ਜਾ ਰਿਹਾ ਹੈ, ਨਹੀਂ ਉਲਝਣਾ ਚਾਹੀਦਾ। ਸਭ ਨੂੰ ਆਪਣੀ ਆਪਣੀ ਜਿਹੜੀ ਹੱਦਬੰਦੀ ਦੇ ਵਿੱਚ ਰਹਿਣਾ ਚਾਹੀਦਾ। ਅਸੀਂ ਤਾਂ ਇਹੀ ਕਹਾਂਗੇ ਤੇ ਇਹੀ ਆਸ ਕਰਾਂਗੇ ਤੇ ਇਹੀ ਅਰਦਾਸ ਕਰਾਂਗੇ ਕਿ ਸਭ ਕੁਝ ਠੀਕ ਹੋਵੇ। ਤੁਹਾਡਾ ਧੰਨਵਾਦ ਕਰਾਂ ਵਰਿੰਦਰ ਸ਼ਰਮਾ ਜੀ, ਜਸਤੇਜ ਸਿੰਘ ਜੀ, ਐਡਵੋਕੇਟ ਨਾਰੰਗ ਸਾਹਿਬ, ਸੀਖਾਂਵਾਲਾ ਸਾਹਿਬ ਤੇ ਪ੍ਰੋਫੈਸਰ ਧਾਲੀਵਾਲ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਸਾਡੇ ਸਾਹਮਣੇ ਰੱਖੀ। ਔਰ ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋ, ਤੇ ਕੱਲ ਸ਼ਾਮ ਨੂੰ 5:30 ਵਜੇ ਚਰਚਾ 'ਚ ਫਿਰ ਕਰਦੇ ਹਾਂ ਮੁਲਾਕਾਤ। ਬਹੁਤ ਬਹੁਤ चर्चा